ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁਪਈ ਸਾਹਿਬ ਦੀ ਕਥਾ ਚੱਲ ਰਹੀ ਹੈ। ਕੱਲ੍ਹ 9 ਪੌੜੀਆਂ ਤੱਕ ਕਥਾ ਹੋ ਗਈ ਸੀ। ਅੱਜ 10ਵੀਂ ਪੌੜੀ ਸ਼ੁਰੂ ਹੋ ਰਹੀ ਹੈ। ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ। ਇਹਨੂੰ ਪਰਜਾ ਨਹੀਂ ਪੜ੍ਹਨਾ। ਪਰਜਾ ਪੰਜਾਬੀ ਦਾ ਸ਼ਬਦ ਹੈ, ਪ੍ਰਜਾ ਇਹ ਹਿੰਦੀ ਦਾ ਸ਼ਬਦ ਹੈ। ਮੀਨਿੰਗ ਇੱਕੋ ਹੀ ਹੈ, ਅਰਥ ਇੱਕੋ ਹੀ ਹੈ, ਪਬਲਿਕ, ਲੋਕ। ਪਰ ਜਦੋਂ ਪੱਪੇ ਦੇ ਪੈਰ ਝਰਾਰਾ ਹੋਵੇ ਫਿਰ ਨੂੰ ਪਰਜਾ ਨਹੀਂ ਪੜ੍ਹਨਾ, ਫਿਰ ਹੈ ਉਚਾਰਨ ਪ੍ਰਜਾ। ਬੋਲੋ ਪ੍ਰਜਾ, ਪ੍ਰਜਾ, ਪ੍ਰਜਾ। ਹਾਂ, ਇਹ ਪ੍ਰਜਾ ਪੜ੍ਹਨੇ ਨੂੰ। ਸਕਲ ਪ੍ਰਜਾ ਜਿਨ ਆਪ ਸਵਾਰੀ, शिव कन को शिव गुण सुख दियो, सतरन को पल मुँह बद कियो। नमस्कार तिसी को हमारी। कई नमस्कार बोलते ने, नहीं, शब्द है नमस्कार। हिंदी का शब्द है नमस्कार, जिन्हों आपां कहने नमस्ते। ਕਿਸੇ ਨੂੰ ਝੁਕ ਕੇ ਪ੍ਰਣਾਮ ਕਰਨਾ ਉਹ ਨਮਸਕਾਰ ਹੁੰਦਾ ਹੈ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ। ਸਵਾਰੀ ਮੈਨੇ ਬਣਾਈ, ਜਿਸ ਨੇ ਸਾਰੀ ਪ੍ਰਜਾ ਬਣਾਈ, ਪਰ ਜਿਸ ਨੇ ਸਾਰੇ ਲੋਕ ਬਣਾਏ ਹਨ। ਨਮਸਕਾਰ ਤਿਸੀ ਕੋ ਹਮਾਰੀ, ਉਸ ਨੂੰ ਸਾਡੀ ਨਮਸਕਾਰ ਹੈ। ਉਹ ਪਰਮਾਤਮਾ ਜਿਸ ਨੇ ਸਾਰੇ ਜੀਵ ਬਣਾਏ ਹਨ, ਉਸ ਨੂੰ ਸਾਡੀ ਨਮਸਕਾਰ ਹੈ। ਇੱਕ ਖਿਆਲ ਰੱਖਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਉਹਦੇ ਜਿਹੜੇ ਨਿਯਮ ਨੇ ਉਹ ਦਸਮ ਪਾਤਸ਼ਾਹ ਦੀ ਬਾਣੀ 'ਤੇ ਲਾਗੂ ਨਹੀਂ ਹੁੰਦੇ। ਦਸਮ ਪਾਤਸ਼ਾਹ ਦੀ ਬਾਣੀ ਨੂੰ ਗੁਰਬਾਣੀ ਦੇ ਨਿਯਮਾਂ ਅਨੁਸਾਰ ਨਹੀਂ ਪੜ੍ਹਨਾ। ਹੁਣ ਜਿਵੇਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉੱਥੇ ਜੇ ਜਿਨ ਸ਼ਬਦ ਆਉਂਦਾ, ਜਿਨ ਸਿਆਰੀ ਨੈਣਾ ਜਿਨ, ਇਹ ਬਹੁਵਚਨ ਹੋਣਾ ਸੀ ਵੀ ਜਿਨ੍ਹਾਂ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ, ਉਸ ਨੂੰ ਸਾਡੀ ਨਮਸਕਾਰ ਹੈ ਕਿ ਵੀ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ, ਉਸ ਨੂੰ ਸਾਡੀ ਨਮਸਕਾਰ ਹੈ। ਸੋ ਜੇ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਹੁੰਦੀ ਫਿਰ ਜਿਨ ਦਾ ਅਰਥ ਹੋ ਜਾਣੇ ਸਨ ਜਿਨ੍ਹਾਂ ਨੇ, ਜੋ ਗਲਤ ਹੋ ਜਾਣੇ ਸਨ। ਉੱਥੇ ਫਿਰ ਨੰਨੇ ਨੂੰ ਸਿਹਾਰੀ ਚਾਹੀਦੀ ਸੀ, ਜਿਨ, ਜਿਸ ਨੇ। ਇਸ ਲਈ ਗੁਰੂ ਗ੍ਰੰਥ ਸਾਹਿਬ ਵਾਲੇ ਜਿਹੜੇ ਨਿਯਮ ਨੇ ਉਹ ਦਸਮ ਪਾਤਸ਼ਾਹ ਦੀ ਬਾਣੀ 'ਤੇ ਲਾਗੂ ਨਹੀਂ ਹੁੰਦੇ, ਇਹ ਖਿਆਲ ਰੱਖਣਾ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ, ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ। ਸ਼ਿਵ ਪਰਮਾਤਮਾ ਨੂੰ ਕਹਿੰਦੇ ਨੇ, ਕਨ ਸੇਵਕਾਂ ਨੂੰ ਕਹਿੰਦੇ ਨੇ। ਸ਼ਿਵ ਕਨ ਜਿਹੜੇ ਪਰਮਾਤਮਾ ਦੇ ਸੇਵਕ ਹਨ, ਪਰਮਾਤਮਾ ਜਿਹੜੇ ਭਗਤ ਹਨ। ਸ਼ਿਵ ਗੁਣ ਸੁਖ ਦਿਓ, ਪਰਮਾਤਮਾ ਉਹਨਾਂ ਨੂੰ ਸ਼ਿਵ ਗੁਣ, ਰੱਬੀ ਗੁਣ ਦਿੰਦਾ ਹੈ। ਪਰਮਾਤਮਾ ਆਪਣੇ ਸੇਵਕਾਂ ਨੂੰ, ਆਪਣੇ ਭਗਤਾਂ ਨੂੰ ਰੱਬੀ ਗੁਣ ਦਿੰਦਾ, ਸੁਖ ਦਿਓ ਅਤੇ ਸੁਖ ਦਿੰਦਾ। ਜਦੋਂ ਆਪਾਂ ਵਾਹਿਗੁਰੂ 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 ਕਰੀ ਜਾਂਦੇ ਹਾਂ ਤਾਂ ਵਾਹਿਗੁਰੂ ਵਾਲੇ ਗੁਣ ਸਾਡੇ 'ਚ ਪੈਦਾ ਹੋ ਜਾਂਦੇ ਨੇ। ਸੋ ਪਰਮਾਤਮਾ ਸਾਨੂੰ ਆਪਣੇ ਗੁਣ ਦਿੰਦਾ ਹੈ। ਢੰਗ ਹੈ ਕਿ ਉਹਦਾ ਨਾਮ ਜਪੀ ਜਾਣਾ ਹੈ। ਜੋ ਪਰਮਾਤਮਾ ਕੋਲ ਹੈ ਉਹਦਾ ਨਾਮ ਜਪਣਾ ਆਪਣੇ ਆਪ ਹੀ ਤੁਹਾਨੂੰ ਮਿਲੀ ਜਾਣਾ। ਮੰਗਣ ਦੀ ਲੋੜ ਨਹੀਂ ਰਹਿਣੀ। ਮੰਗਣ ਦੀ ਲੋੜ ਤਾਂ ਮੰਗਦੇ ਤਾਂ ਉਹ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਜਿਹਦਾ ਨਾਮ ਜਪੀ ਜਾਓਗੇ ਉਹ ਆਪੇ ਹੀ, ਕਿਉਂ ਉਹਦੇ ਵਾਲੇ ਗੁਣ ਤੁਹਾਡੇ 'ਚ ਪੈਦਾ ਹੋ ਜਾਣੇ ਨੇ। ਪਰਮਾਤਮਾ ਦਾਤਾ ਹੈ ਅਤੇ ਸਮਾਂ ਪਾ ਕੇ ਤੁਸੀਂ ਵੀ ਦਾਤੇ ਹੋ ਜਾਓਗੇ। ਅੱਜ ਅਸੀਂ ਮੰਗਤੇ ਹਾਂ ਕਿਉਂਕਿ ਸਾਨੂੰ ਗਿਆਨ ਨਹੀਂ ਹੈ ਕਿ ਪਰਮਾਤਮਾ ਤਾਂ ਦਾਤਾ ਹੈ। ਜੇ ਅਸੀਂ ਉਹਦਾ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਇੱਕ ਦਿਨ ਅਸੀਂ ਆਪ ਹੀ ਦਾਤੇ ਹੋ ਜਾਵਾਂਗੇ। ਜਿਵੇਂ ਲੋਕ ਮੰਗਣ ਜਾਂਦੇ ਨੇ ਸਾਧੂਆਂ ਕੋਲ, ਤੁਸੀਂ ਆਪ ਹੀ ਸਾਧ ਹੋ ਜਾਓਗੇ, ਤੁਸੀਂ ਆਪ ਹੀ ਦਾਤੇ ਹੋ ਜਾਓਗੇ।
ਪਰਮਾਤਮਾ ਕੋਲੇ ਜੋ ਕੁਛ ਹੁੰਦਾ ਹੈ ਉਹ ਆਪਣੇ ਸੇਵਕਾਂ ਨੂੰ ਦਿੰਦਾ ਹੈ। ਇਸ ਲਈ ਉਹਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਉਹਦੇ ਜਿਹੜੇ ਗੁਣ ਨੇ ਉਹ ਤੁਹਾਡੇ ਵਿੱਚ ਆਪਣੇ ਆਪ ਹੀ ਪੈਦਾ ਹੋ ਜਾਣਗੇ। ਉਹ ਨਿਰਭਉ ਹੈ, ਸਮਾਂ ਪਾ ਕੇ ਤੁਸੀਂ ਨਿਰਭਉ ਹੋ ਜਾਓਗੇ। ਉਹ ਨਿਰਵੈਰ ਹੈ, ਸਮਾਂ ਪਾ ਕੇ ਤੁਸੀਂ ਨਿਰਵੈਰ ਹੋ ਜਾਓਗੇ। ਉਹ ਦਿਆਲੂ ਕਿਰਪਾਲੂ ਹੈ, ਸਮਾਂ ਪਾ ਕੇ ਤੁਸੀਂ ਵੀ ਦਿਆਲੂ ਕਿਰਪਾਲੂ ਹੋ ਜਾਓਗੇ। ਉਹ ਨਿੰਦਿਆ ਨੂੰ ਪਸੰਦ ਨਹੀਂ ਕਰਦਾ ਹੈ, ਉਹ ਕਦੇ ਨਿੰਦਿਆ ਨਹੀਂ ਕਰਦਾ। ਭਜਨ ਬੰਦਗੀ ਕਰਨ ਵਾਲਾ ਵੀ ਹੌਲੀ ਹੌਲੀ ਨਿੰਦਿਆ ਕਰਨੋਂ ਹਟ ਜਾਏਗਾ। ਜੇ ਫਿਰ ਵੀ ਕਰੀ ਜਾ ਰਿਹਾ ਤਾਂ ਇਹਦਾ ਮਤਲਬ ਉਹ ਵਾਹਿਗੁਰੂ ਨੂੰ ਘੱਟ ਕਰਦਾ ਹੈ। ਅਜੇ ਉਹਦੀ ਕਮਾਈ ਘੱਟ ਹੈ। ਜਦੋਂ ਕਮਾਈ ਘੱਟ ਹੋਵੇ ਬੰਦਾ ਨਿੰਦਿਆ ਕਰਕੇ ਖੁਸ਼ ਹੁੰਦਾ ਹੈ ਅਤੇ ਨਿੰਦਿਆ ਸੁਣ ਕੇ ਵੀ ਖੁਸ਼ ਹੁੰਦਾ ਹੈ। ਜਦੋਂ ਕਮਾਈ ਵੱਧ ਜਾਂਦੀ ਹੈ, ਨਾ ਉਹ ਨਿੰਦਿਆ ਕਰਦਾ ਅਤੇ ਨਾ ਉਹ ਨਿੰਦਿਆ ਸੁਣਨ ਨੂੰ ਤਿਆਰ ਹੁੰਦਾ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਜਿਹੜਾ ਬੰਦਾ ਨਿੰਦਿਆ ਕਰ ਰਿਹਾ ਕਿਸੇ ਦੀ ਸਟੇਜ 'ਤੇ ਖਲੋ ਕੇ, ਇਹਦਾ ਮਤਲਬ ਉਹਦੀ ਕੋਈ ਕਮਾਈ ਨਹੀਂ ਹੈਗੀ। ਹਾਂ, ਜਿਨ੍ਹਾਂ ਦੀਆਂ ਕਮਾਈਆਂ ਹੁੰਦੀਆਂ ਨੇ ਉਹਨਾਂ ਦਾ ਗਿਆਨ ਹੁੰਦਾ। ਨਿੰਦਿਆ ਭਲੀ ਕਿਸੇ ਕੀ ਨਾਹੀ, ਮਾਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਚਨ। ਉਹਨਾਂ ਦੇ ਤਾਂ ਮੂੰਹ ਕਾਲੇ ਕਰਕੇ ਪਰਮਾਤਮਾ ਨਰਕਾਂ 'ਚ ਲੈ ਜਾਂਦਾ ਹੈ। ਇਸ ਲਈ ਨਿੰਦਿਆ ਨਹੀਂ ਕਰਦਾ ਭਜਨ ਬੰਦਗੀ ਕਰਨ ਵਾਲਾ। ਉੱਚੀ ਅਵਸਥਾ ਜਦੋਂ ਬੰਦਾ ਪਹੁੰਚ ਜਾਂਦਾ ਹੈ, ਉਹਨੂੰ ਆਪਣੇ ਔਗਣ ਦਿਸਣੇ ਸ਼ੁਰੂ ਹੁੰਦੇ, ਦੂਜਿਆਂ ਦੇ ਬੰਦ ਹੋ ਜਾਂਦੇ ਨੇ। ਉਹਨੂੰ ਆਪਣੇ ਔਗਣ ਦਿਸਦੇ ਨੇ, ਦੂਸਰਿਆਂ ਦੇ ਗੁਣ ਦਿਸਦੇ ਨੇ। ਅੱਜ ਸਾਡਾ ਕੀ ਹਾਲ ਹੈ? ਸਾਨੂੰ ਆਪਣੇ ਗੁਣ ਦਿਸਦੇ ਨੇ, ਦੂਸਰਿਆਂ ਦੇ ਔਗਣ ਦਿਸਦੇ ਨੇ। ਅੱਜ ਸਾਨੂੰ ਦੂਜਿਆਂ ਦੇ ਔਗਣ ਦਿਸਦੇ ਨੇ, ਆਪਣੇ ਗੁਣ ਦਿਸਦੇ ਨੇ। ਜਦੋਂ ਅਵਸਥਾ ਉੱਚੀ ਹੋਵੇਗੀ, ਬੰਦੇ ਨੂੰ ਆਪਣੇ ਔਗਣ ਦਿਸਣ ਲੱਗ ਜਾਣਗੇ, ਦੂਜਿਆਂ 'ਚ ਗੁਣ ਦਿਸਣ ਲੱਗ ਜਾਣਗੇ। ਜਦੋਂ ਆਪਣੇ 'ਚ ਔਗਣ ਦਿਸਣਗੇ, ਦੂਜਿਆਂ ਗੁਣ ਦਿਸਣਗੇ, ਤਾਂ ਬੰਦਾ ਨਿੰਦਿਆ ਕਰੇਗਾ ਹੀ ਨਹੀਂ। ਹਾਲਾਂਕਿ ਮੈਂ ਕਿਹੜਾ ਚੰਗਾ। ਦੂਜਿਆਂ ਦੀ ਨਿੰਦਿਆ ਤਾਂ ਅਸੀਂ ਤਾਂ ਕਰੀਏ ਜੇ ਆਪ ਚੰਗੇ ਹੋਈਏ। ਉਹਨੂੰ ਗਿਆਨ ਮੈਂ ਤਾਂ ਆਪ ਹੀ ਨਹੀਂ ਚੰਗਾ, ਅਤੇ ਦੂਜੇ ਨੂੰ ਮੰਦਾ ਕਹਿੰਦਾ ਮੈਂ ਕੀ ਚੰਗਾ ਲੱਗਦਾ ਹਾਂ, ਇਸ ਲਈ ਕਰਦਾ ਹੀ ਨਹੀਂ ਹੈਗਾ। ਸੋ ਪਰਮਾਤਮਾ ਕੀ ਕਰਦਾ? ਸ਼ਿਵਕਨ ਕੋ, ਜਿਹੜੇ ਆਪਦੇ ਸੇਵਕ ਨੇ ਪਰਮਾਤਮਾ ਦੇ, ਸ਼ਿਵ ਬ੍ਰਹਮ ਨੂੰ ਕਹਿੰਦੇ ਨੇ, ਪਰਮਾਤਮਾ ਨੂੰ ਕਹਿੰਦੇ ਨੇ। ਇੱਕ ਹੁੰਦਾ ਬ੍ਰਹਮ, ਇੱਕ ਹੁੰਦਾ ਬ੍ਰਹਮ। ਬ੍ਰਹਮ ਪਰਮਾਤਮਾ ਨੂੰ ਕਹਿੰਦੇ ਨੇ, ਅਕਾਲ ਪੁਰਖ ਨੂੰ ਕਹਿੰਦੇ ਨੇ ਸ਼ਿਵ। ਦਸਵੇਂ ਪਾਤਸ਼ਾਹ ਨੇ ਕਿਹਾ ਨੇ, ਦੇ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬੂ ਨ ਟਰੋਂ। ਉਹ ਸ਼ਿਵ ਪਰਮਾਤਮਾ ਤੋਂ ਗੁਣ ਮੰਗਿਆ, ਨਾ ਕਿ ਸ਼ਿਵ ਜੀ ਤੋਂ ਮੰਗਿਆ। ਜਦ ਦਸਮ ਪਾਤਸ਼ਾਹ ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬੂ ਨਾ ਟਰੋਂ, ਤਾਂ ਉੱਥੇ ਜਿਹੜਾ ਮੰਗਿਆ, ਜਿਹੜਾ ਤੋਂ ਸ਼ਿਵ ਤੋਂ ਪਾ ਪਰਮਾਤਮਾ ਹੈ। ਉਹਨਾਂ ਪਰਮਾਤਮਾ ਤੋਂ ਵਰ ਮੰਗਿਆ ਹੈ, ਕਿਸੇ ਦੇਵੀ ਦੇਵਤੇ ਤੋਂ ਨਹੀਂ ਮੰਗਿਆ, ਕਿਉਂਕਿ ਸਿੱਖ ਧਰਮ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ। ਪਰ ਜਿਹੜੇ ਦੇਵੀ ਦੇਵਤੇ ਨੂੰ ਮੰਨਦੇ ਨੇ, ਸਿੱਖ ਉਹਨਾਂ ਦੇ ਵਿਰੁੱਧ ਨਹੀਂ ਹੈਗੇ। ਸਿੱਖ ਉਹਨਾਂ ਦੀ ਨੁਕਤਾਚੀਨੀ ਨਹੀਂ ਕਰਦੇ ਕਿ ਤੁਸੀਂ ਕਿਉਂ ਦੇਵੀ ਦੇਵਤੇ ਵਾਲ, ਕਹਿੰਦੇ ਇਹਨਾਂ ਦੀ ਮਰਜ਼ੀ ਹੈ, ਮੰਨੀ ਜਾਣ। ਸਿੱਖ ਨੂੰ ਹੁਕਮ ਹੈ ਕਿ ਤੂੰ ਦੇਵੀ ਦੇਵਤਿਆਂ ਨੂੰ ਨਹੀਂ ਮੰਨਣਾ, ਪਰ ਤੂੰ ਦੋ ਨੂੰ ਮੰਨਣਾ, ਇੱਕ ਗੁਰੂ ਮਹਾਰਾਜ ਨੂੰ ਅਤੇ ਇੱਕ ਪਰਮਾਤਮਾ ਨੂੰ, ਬਸ। ਬਾਕੀ ਕਿਸੇ ਦੀ ਪੂਜਾ ਨਹੀਂ ਕਰਨੀ, ਨਾ ਕਿਸੇ ਮੜੀ ਮਸਾਨ 'ਤੇ ਜਾਣਾ, ਨਾ ਕਿਤੇ ਤੂੰ ਕਿਸੇ ਪੀਰ ਫਕੀਰ ਦੇ ਜਾਣਾ ਹੈ, ਕਿਤੇ ਨਹੀਂ ਜਾਣਾ ਕਿਸੇ। ਬਸ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹੈ, ਪਿਆਰ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ, ਇਹਦੇ ਅਨੁਸਾਰ ਜੀਵਨ ਜਿਉਣਾ ਹੈ, ਅਤੇ ਨਾਲ ਨਾਲ ਪਰਮਾਤਮਾ ਦਾ ਨਾਮ ਜਪੀ ਜਾਣਾ, ਬਸ। ਸੋ ਪਰਮਾਤਮਾ ਕੀ ਕਹਿੰਦੇ? ਸ਼ਿਵਕਨ ਕੋ, ਆਪਣੇ ਸੇਵਕਾਂ ਨੂੰ ਸ਼ਿਵ ਗੁਣ ਸੁਖ ਦਿਓ। ਆਪਣੇ ਸੇਵਕਾਂ ਨੂੰ ਸੁਖ ਦਿੰਦਾ ਹੈ ਅਤੇ ਆਪਣੇ ਵਾਲੇ ਗੁਣ ਉਹਨਾਂ ਨੂੰ ਦਿੰਦਾ ਹੈ, ਕਿਉਂਕਿ ਪਰਮਾਤਮਾ ਕੋਲ ਗੁਣ ਹੀ ਗੁਣ, ਔਗਣ ਤਾਂ ਹੈ ਕੋਈ ਨਹੀਂ, ਇਸ ਲਈ ਉਹ ਗੁਣ ਦਿੰਦਾ ਹੈ। ਅਤੇ ਗੁਣ ਦੇਣ ਦਾ ਉਹਦਾ ਕੀ ਢੰਗ ਹੈ? ਉਹ ਕਹਿੰਦੇ ਮੇਰਾ ਨਾਮ ਜਪੀ ਜਾਓ, ਮੇਰੇ ਵਾਲੇ ਗੁਣ ਤੁਹਾਡੇ ਵਿੱਚ ਆਪਣੇ ਆਪ ਪ੍ਰਵੇਸ਼ ਕਰਦੇ ਜਾਣਗੇ। ਇਹ ਸਾਡਾ ਕੰਮ ਹੈ, ਵਾਹਿਗੁਰੂ 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 ਵਾਹਿਗੁਰੂ, ਉੱਠਦੇ ਬੈਠਦੇ ਤੁਰਦੇ ਫਿਰਦੇ ਕੰਮ ਧੰਦਾ ਕਰਦੇ। ਹਾਂ, ਪਰ ਜਦੋਂ ਤੁਹਾਡੀ ਡਿਊਟੀ ਹੈ ਉਦੋਂ ਫਿਰ ਨਹੀਂ ਕਰਨਾ, ਉਦੋਂ ਆਪਣੇ ਡਟ ਕੇ ਡਿਊਟੀ ਦੇਣੀ ਹੈ। ਹਾਂ, ਡਿਊਟੀ ਅਗਰ ਕੋਈ ਹੈਗੀ ਹੱਥਾਂ ਵਾਲੀ, ਕੰਮ ਵਾਲੀ, ਫਿਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹੋ।
ਕਿਉਂਕਿ ਤੁਹਾਡੀ ਡਿਊਟੀ ਜਿਹੜੀ ਹੈ ਉਹ ਦਿਮਾਗ ਵਾਲੀ ਨਹੀਂ ਹੈ, ਸਰੀਰਕ ਡਿਊਟੀ ਹੈ। ਜੇ ਇੱਕ ਬੰਦਾ, ਇੱਕ ਮਜ਼ਦੂਰ ਹੈ, ਉਹਦੀ ਦਿਮਾਗ ਦੀ ਡਿਊਟੀ ਨਹੀਂ ਹੈ। ਉਹ ਤਸਲਾ ਲਿਆਉਂਦਾ ਹੋਇਆ, ਭਰਦਾ ਹੋਇਆ, ਚੁੱਕਦਾ ਹੋਇਆ, ਢੋਂਦਾ ਹੋਇਆ ਪਰਮਾਤਮਾ ਦਾ ਨਾਮ ਉਹ ਜਪ ਸਕਦਾ ਹੈ। ਪਰ ਜਿਵੇਂ ਬੈਂਕਾਂ 'ਚ ਤੁਸੀਂ ਲੱਗੇ ਹੋਏ ਹੋ ਜਾਂ ਦਫ਼ਤਰਾਂ 'ਚ ਲੱਗੇ, ਤੁਸੀਂ ਕਾਗਜ਼ੀ ਕਾਰਵਾਈ ਕਰ ਰਹੇ ਹੋ, ਉਦੋਂ ਤੁਹਾਡਾ ਸਾਰਾ ਧਿਆਨ ਉਸ ਕੰਮ 'ਚ ਹੋਣਾ ਚਾਹੀਦਾ ਹੈ। ਆਪਣੇ ਧਿਆਨ ਨੂੰ ਦੋ ਹਿੱਸਿਆਂ 'ਚ ਨਹੀਂ ਵੰਡਣਾ, ਨਹੀਂ ਤਾਂ ਕਾਮਯਾਬੀ ਨਹੀਂ ਮਿਲਦੀ। ਜਿਹੜਾ ਵੀ ਕੰਮ ਕਰਨਾ ਸਾਰਾ ਧਿਆਨ ਉਸੇ 'ਚ ਹੀ ਹੋਣਾ ਚਾਹੀਦਾ। ਜਦੋਂ ਭਜਨ ਬੰਦਗੀ ਕਰਨੀ ਹੈ ਫਿਰ ਸਾਰਾ ਧਿਆਨ ਭਜਨ ਬੰਦਗੀ ਵੱਲ ਹੀ ਹੋਣਾ ਚਾਹੀਦਾ ਹੈ। ਅਤੇ ਜਦੋਂ ਤੁਸੀਂ ਕੰਮ ਕਰ ਰਹੇ ਹੋ ਦਿਮਾਗੀ, ਸਾਰਾ ਧਿਆਨ ਤੁਹਾਡਾ ਉੱਧਰ ਹੀ ਹੋਣਾ ਚਾਹੀਦਾ ਹੈ। ਇੱਕੋ ਸਮੇਂ ਦੋ ਕੰਮ ਨਹੀਂ ਕਰੀਦੇ, ਕਾਮਯਾਬੀ ਨਹੀਂ ਮਿਲਦੀ ਹੈਗੀ। ਸੋ ਗੁਰੂ ਮਹਾਰਾਜ ਕਹਿੰਦੇ, ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਧ ਕੀਓ। ਸਤਰਨ ਦੁਸ਼ਮਣ ਨੂੰ ਕਹਿੰਦੇ ਨੇ, ਪਲ ਮੋਹ ਇੱਕ ਸੈਕਿੰਡ ਵਿੱਚ, ਬਧ ਹੁੰਦਾ ਮਾਰਨਾ, ਬਧ ਕੀਓ ਮਾਰ ਦਿੱਤਾ, ਅਤੇ ਦੁਸ਼ਮਣਾਂ ਨੂੰ ਤੁਸੀਂ ਇੱਕ ਸੈਕਿੰਡ 'ਚ ਮਾਰ ਦਿੰਦੇ ਹੋ। ਅਗਲੀ ਪੌੜੀ ਕਹਿੰਦੇ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਂਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਇਹਨੂੰ ਕਿਰਪਾ ਪੜ੍ਹਨਾ। ਕਿਰਪਾ ਪੰਜਾਬੀ ਦਾ ਸ਼ਬਦ ਹੁੰਦਾ ਹੈ, ਉਹ ਪੂਰਾ ਰਾਰਾ ਹੁੰਦਾ ਹੈ। ਜਦੋਂ ਪੰਜਾਬੀ ਦਾ ਸ਼ਬਦ ਹੋਏਗਾ ਫਿਰ ਪੂਰਾ ਰਾਰਾ ਹੋਏਗਾ। ਫਿਰ ਕੱਕੇ ਨੂੰ ਸਿਆਰੀ, ਰਾਰਾ, ਪੱਪੇ ਨੂੰ ਕੰਨਾ, ਇਸ ਤਰ੍ਹਾਂ ਬੋਲਾਂਗੇ ਕਿਰਪਾ। ਜਦੋਂ ਪੈਰ 'ਚ ਰਾਰਾ ਹੋਵੇ ਫਿਰ ਕੱਕੇ ਨੂੰ ਸਿਆਰੀ ਜਿਹੜੀ ਲੱਗੀ ਹੈ ਨਾ, ਇਹ ਰਾਰੇ ਨਾਲ ਜਾ ਕੇ ਬੋਲੇਗੀ, ਕੱਕੇ ਨਾਲ ਨਹੀਂ ਬੋਲੇਗੀ। ਖਿਆਲ ਰੱਖਣਾ ਪੜ੍ਹਦੇ ਸਮੇਂ। ਇਸ ਵੇਲੇ ਜਿਹੜੀ ਕੱਕੇ ਨੂੰ ਸਿਹਾਰੀ ਹੈ, ਜੇ ਰਾਰਾ ਪੂਰਾ ਹੁੰਦਾ ਫਿਰ ਕੱਕੇ ਨੂੰ ਸਿਹਾਰੀ ਹੀ ਬੋਲਦੇ, ਫਿਰ ਪੜ੍ਹਦੇ ਕਿਰਪਾ। ਹੁਣ ਪੈਰ 'ਚ ਰਾਰਾ ਲੱਗਾ ਹੈ, ਇਸ ਲਈ ਕੱਕੇ ਨੂੰ ਜਿਹੜੀ ਸਿਹਾਰੀ ਲੱਗੀ ਹੈ ਇਹ ਰਾਰੇ ਦੇ ਨਾਲ ਬੋਲਣੀ ਹੈ, ਕੱਕੇ ਨਾਲ ਨਹੀਂ ਬੋਲਣੀ, ਰਾਰੇ ਨਾਲ ਬੋਲਣੀ ਹੈ। ਤਾਂ ਪਹਿਲਾਂ ਕੋਈ ਕੱਕਾ ਰਾਰੇ ਨੂੰ ਸਿਹਾਰੀ, ਪੱਪੇ ਨੂੰ ਕੰਨਾ, ਕੀ ਬਣ ਗਿਆ? ਕਿਰਪਾ। ਆਪੇ ਬਣ ਗਿਆ ਨਾ ਕਿਰਪਾ। ਸੋ ਇਹ ਮੁੱਢਲਾ ਗਿਆਨ ਹੈ, ਪੰਜਾਬੀ ਦਾ ਇਹ ਮੁੱਢਲਾ ਗਿਆਨ ਹੈ। ਮੁੱਢਲਾ ਗਿਆਨ ਹੋਣਾ ਜ਼ਰੂਰੀ ਹੁੰਦਾ ਹੈ। ਤੁਹਾਨੂੰ ਕਈ ਆ ਜਾਣਗੇ, ਤੁਹਾਨੂੰ ਪੰਜਾਬੀ ਵੀ ਸ਼ੁੱਧ ਪੜ੍ਹਨੀ ਆ ਜਾਏਗੀ, ਬਾਣੀ ਤਾਂ ਆਏਗੀ, ਪੰਜਾਬੀ ਵੀ ਆ ਜਾਏਗੀ ਨਾਲ। ਜੇ ਤੁਸੀਂ ਨਹੀਂ ਨਾ ਚੱਜ ਨਾਲ ਪੜ੍ਹੀ ਮੈਟ੍ਰਿਕ ਤੱਕ ਜਾਂ BA ਤੱਕ ਪੰਜਾਬੀ। ਅੱਜ ਇੱਕ ਗਰੁੱਪ ਪਿਆਰ ਆਇਆ ਸੀ, ਕਹਿੰਦੇ ਦੇਖੋ ਜੀ ਮੈਂ BA ਪੰਜਾਬੀ ਨਾਲ ਕੀਤੀ ਹੋਈ ਹੈ, ਮੈਂ ਲੈਂਗੁਏਜ ਡਿਪਾਰਟਮੈਂਟ 'ਚ ਕੰਮ ਕੀਤਾ ਹੋਇਆ, ਭਾਸ਼ਾ ਵਿਭਾਗ 'ਚ, ਪਰ ਮੈਨੂੰ ਤਾਂ ਪੰਜਾਬੀ ਆਈਓ ਹੀ ਹੋਣਾ ਕਥਾ ਸੁਣ ਕੇ। ਮੈਨੂੰ ਤਾਂ ਐਵੇਂ ਡੰਗ ਜਿਹੀ ਸਾਰੀ ਕੇ ਸਾਰੀ ਉਮਰ, ਰਿਟਾਇਰ ਵੀ ਹੋ ਗਏ, ਕਹਿੰਦੇ ਐਵੇਂ ਡੰਗ ਹੀ ਸਾਰੀ ਕੇ, ਪਤਾ ਤਾਂ ਹੁਣ ਲੱਗਾ ਪੰਜਾਬੀ ਹੁੰਦੀ ਕੀ ਹੈ, ਕਿਵੇਂ ਇਹਨੂੰ ਪੜ੍ਹੀਦਾ ਅਤੇ ਕੀ ਕੁਛ ਹੈ। ਸੋ ਤੁਹਾਨੂੰ ਪੰਜਾਬੀ ਵੀ ਸਿਖਾਵਾਂਗੇ। ਹਾਂਜੀ ਹਾਂ, ਜੇ ਤੁਸੀਂ ਸਿੱਖਣਾ ਚਾਹੋਗੇ। ਹਾਂ, ਜੇ ਭਾਈ ਤੁਸੀਂ ਠੂੰ ਠੱਪ ਕਰੋਗੇ ਫਿਰ ਤੁਹਾਡੀ ਮਰਜ਼ੀ ਹੈ। ਸੋ ਕਹਿੰਦੇ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਜਿਵੇਂ ਦ੍ਰਿਸ਼ਟ ਹੈ, ਦੇਖੋ ਦ੍ਰਿਸ਼ਟ ਸ਼ਬਦ ਹੈ, ਸਿਹਾਰੀ ਅਤੇ ਦੱਦੇ ਨੂੰ ਲੱਗੀ ਹੈ, ਬੋਲੇਗੀ ਕਿਸ ਨਾਲ? ਰਾਰੇ ਨਾਲ। ਤਾਂ ਹੀ ਬਣੇਗਾ ਨਾ ਦ੍ਰਿਸ਼ਟ, ਨਹੀਂ ਤਾਂ ਹੋ ਗਿਆ ਦਿਰਸ਼ਟ। ਜੇ ਰਾਰਾ ਮੰਨ ਲਓ ਪੂਰਾ ਹੁੰਦਾ ਤਾਂ ਫਿਰ ਕੀ ਹੋ ਜਾਣਾ ਸੀ? ਦਿਰਸ਼ਟ। ਅਤੇ ਉਹ ਤਾਂ ਕੋਈ ਗੱਲ ਹੀ ਕੋਈ ਨਹੀਂ ਸੀ ਬਣਨੀ। ਹਿੰਦੀ ਦਾ ਸ਼ਬਦ ਹੈ ਦ੍ਰਿਸ਼ਟੀ, ਹਿੰਦੀ ਦਾ ਸ਼ਬਦ ਹੈ ਦ੍ਰਿਸ਼ਟੀ। ਉਸ ਤੋਂ ਕਿਉਂਕਿ ਟੈਂਕੇ ਨੂੰ ਜਿਹੜੀ ਸਿਹਾਰੀ ਹੈ ਗੁਰਬਾਣੀ ਅਨੁਸਾਰ ਨਹੀਂ ਬੋਲਦੀ, ਇਸ ਕਰਕੇ ਆਪਾਂ ਟੈਂਕੇ ਨੂੰ ਸਿਹਾਰੀ ਨਹੀਂ ਬੋਲਦੇ। ਬਾਕੀ ਕੀ ਰਹਿ ਗਿਆ? ਦ੍ਰਿਸ਼ਟ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੋ ਦਸਮ ਪਾਤਸ਼ਾਹ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਦੇ। ਘਟ ਸਰੀਰ ਨੂੰ ਕਹਿੰਦੇ ਨੇ। ਹਰ ਇੱਕ ਸਰੀਰ ਦੇ ਵਿੱਚ, ਹਰ ਇੱਕ ਮਨ ਦੇ ਵਿੱਚ ਕੀ ਹੈ ਉਹ ਜਾਣਦਾ। ਸਾਡੇ ਮਨ ਦੇ ਵਿੱਚ ਕੀ ਹੈ ਉਹ ਉਸ ਨੂੰ ਪਤਾ ਹੈ, ਕਿਉਂਕਿ ਅੰਤਰਜਾਮੀ ਹੈ। ਪਰਮਾਤਮਾ ਅੰਤਰਜਾਮੀ ਹੈ। ਜਿਵੇਂ ਉਹਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਇੱਕ ਸਮਾਂ ਆਏਗਾ ਤੁਸੀਂ ਵੀ ਅੰਤਰਜਾਮੀ ਹੋ ਜਾਵੋਗੇ, ਕਿਉਂਕਿ ਪਰਮਾਤਮਾ ਅੰਤਰਜਾਮੀ ਹੈ।
ਉਹਦੇ ਵਾਲਾ ਗੁਣ ਤੁਹਾਡੇ 'ਚ ਪੈਦਾ ਹੋ ਜਾਏਗਾ। ਅੰਤਰਜਾਮੀ ਜੀ। ਫਿਰ ਮੈਨੂੰ ਪੁੱਛਣ ਦੀ ਲੋੜ ਨਹੀਂ ਪਏਗੀ, ਭਾਈ ਸਾਹਿਬ ਤੁਹਾਡਾ ਕੀ ਨਾਂ ਹੈ? ਮੈਂ ਆਪ ਹੀ ਕਹਾਂਗਾ, ਆਹੋ ਜੀ ਮਨਿੰਦਰ ਸਿੰਘ ਜੀ, ਕੀ ਹਾਲ ਚਾਲ ਹੈ ਜੀ? ਆ ਵੀ ਕਰਨ, ਤੇਰਾ ਕੀ ਹਾਲ ਚਾਲ ਹੈ? ਕਮਾਲ ਹੈ ਯਾਰ, ਬਾਬਿਆਂ ਨੂੰ ਮੇਰਾ ਨਾਮ ਵੀ ਪਤਾ। ਜਦੋਂ ਅੰਤਰਯਾਮਤਾ ਪ੍ਰਾਪਤ ਹੁੰਦੀ ਹੈ ਫਿਰ ਸਭ ਪਤਾ ਲੱਗ ਵੀ ਇਹ ਕੀ ਕੰਮ ਆਇਆ। ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ, ਤੂੰ ਕੀ ਕੰਮ ਹੈ? ਪਤਾ ਹੀ ਹੁੰਦਾ ਆਹ ਕੰਮ ਆਇਆ ਹੈ। ਪਰਮਾਤਮਾ ਅੰਤਰਜਾਮੀ ਹੈ, ਇਸ ਲਈ ਜਿਉਂ-ਜਿਉਂ ਅਸੀਂ ਭਜਨ ਬੰਦਗੀ ਕਰੀ ਜਾਵਾਂਗੇ ਅਸੀਂ ਵੀ ਅੰਤਰਜਾਮੀ ਹੋ ਸਕਦੇ ਹਾਂ। ਹੁਣ ਪਰਮਾਤਮਾ ਸਭ ਥਾਂ 'ਤੇ ਵੇਖ ਸਕਦਾ ਹੈ। ਦੇਖੋ ਬੈਠਾ ਸੱਚਖੰਡ 'ਚ, ਦੇਖ ਸਾਰੇ ਸੰਸਾਰ ਨੂੰ ਵੇ, ਜੋ ਕੁਛ ਵੀ ਉਸਨੇ ਬਣਾਇਆ ਹਰ ਇੱਕ ਚੀਜ਼ ਨੂੰ ਉਹ ਵੇਖ ਰਿਹਾ ਹੈ, ਕਿਉਂਕਿ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ। ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋ, ਜਿੱਥੇ ਵੀ ਬੈਠਾ ਹੈ ਉਹ ਹਜ਼ਾਰਾਂ ਮੀਲਾਂ ਤੱਕ ਵੇਖ ਸਕਦਾ ਹੈ ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ, ਕਿਤੇ ਕੀ ਫਲਾਣਾ ਕੀ ਕੰਮ ਕਰ ਰਿਹਾ। ਸੋ ਜਿਹੜੀਆਂ 18 ਸਿੱਧੀਆਂ ਗਿਣੀਆਂ ਗਈਆਂ ਹਨ ਇਹ ਪਰਮਾਤਮਾ ਦੇ ਵਿੱਚ ਨੇ। ਜਿਉਂ-ਜਿਉਂ ਅਸੀਂ ਉਹਨਾਂ ਦੀ ਭਜਨ ਬੰਦਗੀ ਕਰੀ ਜਾਂਗੇ ਸਾਡੇ ਵਿੱਚ ਵੀ ਉਹ ਸਿੱਧੀਆਂ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪਰਮਾਤਮਾ ਕੋਲ 9 ਨਿਧੀਆਂ ਨੇ। ਅਮੀਰੀ ਹੈ ਪਰਮਾਤਮਾ ਕੋਲ। ਪਰਮਾਤਮਾ ਗਰੀਬ ਨਹੀਂ ਹੈਗਾ, ਪਰਮਾਤਮਾ ਅਮੀਰ ਹੈ। ਜਦ ਤੁਸੀਂ ਨਾਮ ਜਪੀ ਜਾਓਗੇ ਤੁਸੀਂ ਵੀ ਅਮੀਰ ਹੋਣੇ ਸ਼ੁਰੂ ਹੋ ਜਾਓਗੇ। ਕਈ ਮੇਰੇ ਕੋਲ ਆਏ, ਬਾਬਾ ਜੀ ਕਾਰੋਬਾਰ ਨਹੀਂ ਠੀਕ ਚੱਲਦਾ, ਅਸੀਂ ਉਹਨੂੰ ਪਾਠ ਦੇ ਦਿੰਦੇ, ਲੈ ਵੀ ਸੱਜਣਾ ਪਾਠ ਕਰ 40 ਦਿਨ। ਫਿਰ ਹਾਂਜੀ ਪਹਿਲਾਂ ਨਾਲ ਫਰਕ ਪੈ ਗਿਆ ਜੀ, ਮੈਂ 40 ਦਿਨ ਹੋਰ ਕਰ ਲੈ ਬਈ। ਹਾਂ ਦਾਤੇ ਦੀ ਕਿਰਪਾ ਹੋ ਗਈ ਜੀ। ਹੁਣ ਮਿਠਾਈ ਦਾ ਡੱਬਾ ਲੈ ਆਉਂਦਾ ਸੰਗਤ ਲਈ, ਕਿ ਮੈਂ ਤਾਂ ਖਾਣੀ ਕੋਈ ਨਹੀਂ ਹੁੰਦੀ, ਨਾ ਮੈਨੂੰ ਸ਼ੌਕ ਮਿਠਾਈ ਦਾ। ਸੰਗਤ ਨੂੰ ਵੀ ਵਰਤਾਉਣੀ ਹੁੰਦੀ ਹੈ, ਪਰ ਖੁਸ਼ੀ ਹੁੰਦੀ ਹੈ ਵੀ ਚਲੋ ਭਾਈ ਇਹਦੇ ਕਾਰੋਬਾਰ 'ਚ ਵਾਧੇ ਹੋਏ। ਕਾਹਦੇ ਨਾਲ ਹੋਏ? ਬਾਣੀ ਨਾਲ। ਨਾਮ ਜਪ ਲਓ ਚਾਹੇ ਬਾਣੀ ਪੜ੍ਹ ਲਓ। ਜਿਹੜੇ ਸਿਮਰਨ ਕਰਦੇ ਰਹਿੰਦੇ ਨੇ, ਬਾਣੀ ਪੜ੍ਹਦੇ ਰਹਿੰਦੇ ਨੇ, ਉਹ ਆਪਣੇ ਆਪ ਹੀ ਅਮੀਰ ਹੋਈ ਜਾਂਦੇ ਨੇ। ਉਹਨਾਂ ਦੇ ਕਾਰੋਬਾਰ 'ਚ ਵਾਧੇ ਹੋਈ ਜਾਂਦੇ ਨੇ, ਉਹਨਾਂ ਦੀਆਂ ਪ੍ਰਮੋਸ਼ਨਾਂ ਹੋਈ ਜਾਂਦੀਆਂ ਨੇ, ਆਪੇ ਹੀ ਅਮੀਰ ਹੋ ਗਏ। ਹਾਂਜੀ, ਆਪਣਾ ਇੱਕ ਲੜਕਾ ਹੈਗਾ, ਇਹ 3600 'ਤੇ ਲੱਗਾ ਸੀ ਅੱਜ ਤੋਂ ਕੋਈ ਸਾਲ ਪਹਿਲਾਂ, ਹੁਣ ਜੇ ਲੱਖ ਰੁਪਏ ਤਨਖਾਹ ਹੋ ਗਈ ਹੈ। ਤਰੱਕੀ ਕਰਦਾ ਗਿਆ। ਐਂ ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਸਭ ਕੁਝ ਠੀਕ ਹੋ ਜਾਏਗਾ। ਸਮਾਂ ਹਰ ਇੱਕ ਚੀਜ਼ ਨੂੰ ਲੱਗਦਾ ਹੈ। ਖਿਆਲ ਰੱਖਣੇ, ਇੰਗਲਿਸ਼ ਦੀ ਕਹਾਵਤ ਹੈ, ਰੋਮ ਵਾਜ਼ ਨਾਟ ਬਿਲਟ ਇਨ ਏ ਡੇ। ਫਰਾਂਸ ਦੀ ਰਾਜਧਾਨੀ ਨੇ ਰੋਮ, ਕਹਿੰਦੇ ਰੋਮ ਸ਼ਹਿਰ ਇੱਕ ਦਿਨ 'ਚ ਨਹੀਂ ਸੀ ਬਣ ਗਿਆ, ਬਹੁਤ ਸਮਾਂ ਲੱਗਾ। ਐਂ ਤਰੱਕੀ ਕਰਦੇ ਵੀ ਸਮਾਂ ਲੱਗਦਾ ਹੈ। ਅਸੀਂ ਕਹਿੰਦੇ ਜੇ ਚਲੀਹਾ ਕਰ ਲਿਆ, ਕੰਮ ਹੋਇਆ ਨਹੀਂ ਹੈ ਵੀ ਹੋ ਸਕਦਾ ਤੇਰੀ ਅੜਚੜ ਕਿੰਨੀ ਹੈ ਕੰਮ 'ਚ, ਹੋ ਸਕਦਾ ਤੇਰਾ ਕਰਮ ਕਿੰਨਾ ਲੰਮਾ ਮਾੜਾ, ਉਹ ਕਟੇਗਾ ਤਾਂ ਜਾ ਕੇ ਤੇਰੀ ਗੱਲ ਬਣੇਗੀ। ਜੇ ਤੇ ਕਰਮ ਥੋੜ੍ਹਾ ਹੀ ਮਾੜਾ ਹੈ ਫਿਰ ਤਾਂ ਇੱਕ ਦੇ ਚਲੀਏ ਜੀ ਕੱਟ ਜਾਏਗਾ ਅਤੇ ਲਾਈਨ ਕਲੀਅਰ ਹੋ ਜਾਏਗੀ। ਹੁਣ ਜੇ ਕਰਮ ਹੀ ਮਾੜਾ ਕੀਤਾ ਹੋਇਆ ਹੈ ਲੰਮਾ ਸਮਾਂ, ਉਹਨੂੰ ਕੱਟਦਿਆਂ ਵੀ ਟਾਈਮ ਲੱਗਦਾ ਹੈ। ਉਹ ਫਿਰ ਕਈ ਚਲੀਏ ਕਰਨੇ ਪੈਂਦੇ ਤਾਂ ਜਾ ਕੇ ਕਿਤੇ ਗੱਲ ਬਣਦੀ ਹੈ। ਇਹ ਧਰਮ 'ਚ ਕਾਲੇ ਨਹੀਂ ਪਿਆ ਜਾ ਸਕਦਾ। ਇਹ ਤਾਂ ਸਾਰੀ ਉਮਰ ਦਾ ਸਿਲਸਿਲਾ ਹੈ। ਇਹ ਤਾਂ ਜਿਹੜੀ ਸੰਸਾਰਿਕ ਵਿੱਦਿਆ ਹੈ ਉਹ ਤਾਂ ਇੱਕ ਸਮਾਂ ਆਉਂਦਾ ਤੁਸੀਂ ਮੁਕਾ ਲੈਂਦੇ ਹੋ, ਜਿੰਨਾ ਕੁ ਤੁਸੀਂ ਪੜ੍ਹਨਾ ਚਾਹੁੰਦੇ ਪੜ੍ਹ ਲਿਆ, ਮੁੱਕ ਗਿਆ, ਫਿਰ ਤੁਸੀਂ ਨੌਕਰੀ 'ਤੇ ਲੱਗ ਗਏ। ਇਹ ਧਰਮ ਹੈ, ਇਹ ਤਾਂ ਸਾਰੀ ਉਮਰ ਲਈ ਹੈ। ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਧਿਆਏ, ਚਲਦਿਆਂ ਨਾਲ ਹਰ ਚਲਸੀ, ਹਰ ਅੰਤੇ ਲੈ ਛਡਾਏ। ਜਿੰਨਾ ਚਿਰ ਸਰੀਰ 'ਚ ਇੱਕ ਵੀ ਸਵਾਸ ਬਾਕੀ ਹੈ, ਨਾਮ ਜਪੀ ਜਾਣਾ ਬਸ। ਕਿੰਨਾ ਸਮਾਂ ਜਪਣਾ ਜੀ? ਇਹ ਤਾਂ ਹੋ ਗਿਆ ਕਿੰਨੇ ਸਾਲ ਜਪਣਾ। ਨਾਮ ਜਾਂ ਬਾਣੀ ਕਿੰਨੇ ਸਾਲ ਜਪਣੇ ਜਾਂ ਪੜ੍ਹਨੀ ਹੈ। ਜਿੰਨਾ ਚਿਰ ਤੁਸੀਂ ਮਰ ਨਹੀਂ ਜਾਂਦੇ ਉਹਨਾਂ ਚਿਰ ਨਾਮ ਜਪੀ ਜਾਣਾ ਜੀ। ਜੇ ਕਿੰਨੇ ਘੰਟੇ ਜਪਣੇ, ਸਾਹ ਸਿਮਰੋ ਗੋਬਿੰਦ, ਹਰ ਸਵਾਸ ਨਾਲ ਵਾਹਿਗੁਰੂ 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 ਕਹਿਣਾ ਬਸ। ਇਸ ਤੇ ਕੋਈ ਟਾਈਮ ਨਹੀਂ ਹੈਗਾ ਵੀ ਘੰਟਾ 2 ਘੰਟੇ। ਉਹ ਘੰਟਾ ਤਾਂ ਸ਼ੁਰੂ 'ਚ ਇਸ ਲਈ ਦਿੰਦੇ ਹਾਂ ਵੀ ਜਿਹਨਾਂ ਨੇ ਕਹਿਤਾ ਸਾਸ ਇਹਨਾਂ ਕਿਸੇ ਨੇ ਇਸ ਪਾਸੇ ਲੱਗਣਾ ਹੀ ਨਹੀਂ ਹੈ। ਲੈ ਕਿਹੜਾ ਹਰ ਵਕਤ ਕਰੂਗਾ ਜੀ। ਚਲੋ 1 ਘੰਟਾ
ਉਹ ਵੀ ਵਿਚਾਰੇ ਕਰਦੇ ਨਹੀਂ, ਮਾਵਾਂ ਹੀ ਕਰਦੀਆਂ ਨੇ, ਮੁੰਡੇ ਤਾਂ ਕਰਦੇ ਹੀ ਨਹੀਂ ਹੈਗੇ। ਮੁੰਡੇ ਤਾਂ 100 'ਚੋਂ ਸਿਰਫ 10 ਹੋਣਗੇ ਜਿਹੜੇ ਪਾਠ ਕਰਦੇ ਨੇ, ਨਹੀਂ ਸਭ ਦੀਆਂ ਮਾਵਾਂ ਕਰਦੇ। ਜਾਣਾ ਇਹਨਾਂ ਨੇ ਕੈਨੇਡਾ ਆਸਟ੍ਰੇਲੀਆ, ਪਾਠ ਵਿਚਾਰੀ ਮਾਂ ਕਰ ਰਹੀ ਹੈ, ਮਾਂ ਕਰ ਰਹੀ। ਇਹ ਆਪਣੇ ਲਈ ਨਹੀਂ ਕਰ ਰਹੇ, ਸਾਡੇ ਲਈ ਇਹਨਾਂ ਨੇ ਕੀ ਸੁਆਹ ਕਰਨਾ ਕਿਸੇ ਦਿਨ। ਹਾਂਜੀ, ਜਿਹੜਾ ਬੰਦਾ ਆਪਣੇ ਭਲੇ ਲਈ ਹੀ ਪਾਠ ਕਰਨ ਨੂੰ ਤਿਆਰ ਨਹੀਂ, ਉਹ ਕਿਸੇ ਦਾ ਭਲਾ ਕੀ ਕਰੇਗਾ? ਇਹੋ ਜਿਹੀ ਤਾਂ ਉਮੀਦ ਕਰਨੀ ਫਜ਼ੂਲ ਹੁੰਦੀ ਹੈ। ਇਹੋ ਜਿਹੇ ਵਿਅਕਤੀ ਤਾਂ ਮਾਂ ਪਿਓ ਨੂੰ ਵੀ ਫਜ਼ੂਲ ਹੈ ਉਮੀਦ ਰੱਖਣਾ ਵੀ ਸਾਡਾ ਮੁੰਡਾ ਜੋ ਔਖੇ ਵੇਲੇ ਸਾਡੀ ਸਹਾਇਤਾ ਕਰੇਗਾ। ਇਹ ਤਾਂ ਆਪਣੇ ਫਾਇਦੇ ਲਈ ਪਾਠ ਨਹੀਂ ਕਰ ਰਿਹਾ, ਤੁਹਾਡੇ ਲਈ ਕਿੱਥੇ ਕਰਨਾ ਇਹਨੇ? ਤੁਹਾਡੇ ਲਈ ਕਿੱਥੇ ਕਰਨਾ? ਜੇ ਮੈਂ ਕੱਲ੍ਹ ਇਹਨੇ ਕਹਿੰਦੇ ਵੀ ਆਪਣੀ ਮਾਂ ਲਈ ਪਾਠ ਕਰੋ, ਹੋਰ ਕੁਝ ਜੀ ਅਖੰਡ ਪਾਠ ਕਰਾ ਲੈਂਦੇ ਹਾਂ ਜੀ, ਕਿੰਨੇ ਪੈਸੇ ਭੇਜੀਏ ਵੀ ਪਾਠ ਕੌਣ ਕਰੇ? ਪੈਸੇ ਨਾਲ ਅਖੰਡ ਪਾਠ ਕਰੋ, ਮਾਂ ਠੀਕ ਹੋ ਜਾਏਗੀ। ਸੋ ਇਸ ਲਈ ਬੜਾ ਔਖਾ ਹੈ। ਮੈਂ ਹੈਰਾਨ ਹੁੰਦਾ ਕਈ ਵਾਰੀ ਵੀ ਬੰਦਾ ਆਪਣੇ ਭਲੇ ਲਈ ਵੀ ਕਰਨ ਨੂੰ ਕੁਛ ਤਿਆਰ ਨਹੀਂ ਹੈਗਾ। ਉਂਝ ਚਾਹੁੰਦਾ ਮੇਰਾ ਭਲਾ ਹੋਵੇ, ਕਰਨ ਨੂੰ ਕੁਛ ਤਿਆਰ ਨਹੀਂ ਹੈਗਾ। ਬਸ ਮਨੁੱਖ ਨਾ ਥੁੱਕੀ ਵੜੇ ਪਕਾਉਂਦਾ। ਕਹਾਵਤਾਂ ਐਵੇਂ ਨਹੀਂ ਬਣੀਆਂ ਹੋਈਆਂ। ਵੜੇ ਜਿਹੜੇ ਨਾ ਇਹ ਤੇਲ 'ਚ ਪੱਕਦੇ ਨੇ, ਇਹ ਥੁੱਕਾਂ ਨਾਲ ਨਹੀਂ ਪੱਕਦੇ। ਮੁਫਤ ਨਹੀਂ, ਬੰਦਾ ਮੁਫਤ ਹੀ ਚਾਹੁੰਦਾ। ਬਸ ਹਾਂ ਵੀ ਬਾਬਿਆਂ ਕੋਲ ਜਾਓ, ਉਹ ਕੋਈ ਝੁਰਲੂ ਜਿਹਾ ਫੇਰਦੇ, ਮਦਾਰੀ ਕੋਲ ਹੁੰਦਾ ਨਾ ਝੁਰਲੂ, ਜਿਹਨੂੰ ਮੈਜਿਕ ਰੋਡ ਕਹਿੰਦੇ ਨੇ, ਕਾਲਾ ਜਿਹਾ ਡੰਡਾ ਉਹਦੇ ਕੋਲ ਹੁੰਦਾ ਹੈਗਾ। ਉਹ ਉਂਝ ਮੰਤਰ ਕੋਈ ਨਹੀਂ ਪੜ੍ਹ ਰਿਹਾ ਹੁੰਦਾ, ਉਂਝ ਹੀ ਮੂੰਹ ਹਿਲਾਈ ਜਾਂਦਾ ਅਤੇ ਉਹ ਡੰਡਾ ਜੀ ਉੱਤੇ ਫੇਰੀ ਜਾਂਦਾ ਅਤੇ ਫਿਰ ਕੱਪੜਾ ਚੱਕਦਾ ਅਤੇ ਉਹ ਡੱਬੇ ਵਿੱਚ ਕਬੂਤਰ ਨਿਕਲ ਰਹੇ ਨੇ। ਉਹਨੂੰ ਜਿਹੜਾ ਹੈ ਉਹ ਜਿਹੜਾ ਡੰਡਾ ਮੈਜਿਕ ਰੋਡ ਹੈ, ਉਹਨੂੰ ਪੰਜਾਬੀ ਪਿੰਡ ਕੇ ਝੁਰਲੂ। ਫਲਾਣੇ ਜੇ ਝੁਰਲੂ ਫੇਰਤਾ, ਕਿਸੇ ਕੋਲ ਕੋਈ ਝੁਰਲੂ ਨਹੀਂ ਹੈਗਾ। ਮਹਾਂਪੁਰਖਾਂ ਨੇ ਤਾਂ ਤੁਹਾਨੂੰ ਗਾਈਡ ਕਰਨਾ ਕਿ ਇਸ ਤਰ੍ਹਾਂ ਕਰੋ, ਕਰਨਾ ਤੁਸੀਂ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਾਟ ਕਾਟ ਕੇ ਅੰਤਰ ਕੀ ਜਾਣਦਾ, ਪਰਮਾਤਮਾ ਹਰ ਇੱਕ ਦੇ ਦਿਲ ਦੀ ਜਾਣਦਾ ਹੈ। ਭਲੇ ਬੁਰੇ ਕੀ ਪੀਰ ਪਛਾਣ, ਪੀਰ ਮੈਨੇ ਪੀੜ ਦੁੱਖ, ਚਾਹੇ ਬੰਦਾ ਭਲਾ ਹੈ ਚਾਹੇ ਬੁਰਾ ਹੈ, ਉਹਨੂੰ ਕੀ ਦੁੱਖ ਹੈ ਉਹ ਪਰਮਾਤਮਾ ਜਾਣਦਾ ਹੈ। ਭਲੇ ਨੂੰ ਵੀ ਦੁੱਖ ਹੁੰਦਾ ਹੈ। ਤੁਸੀਂ ਕਹੋ ਭਲੇ ਨੂੰ ਕੀ ਦੁੱਖ ਹੈ? ਜਿਹੜੇ ਭੈੜੇ ਨੇ ਉਹ ਭਲੇ ਨੂੰ ਦੁਖੀ ਕਰਦੇ ਰਹਿੰਦੇ ਨੇ। ਦੱਸੋ, ਹੁਣ ਗੁਰੂ ਅਰਜਨ ਦੇਵ ਮਹਾਰਾਜ ਭਲੇ ਸਨ, ਪਰ ਜਹਾਂਗੀਰ ਨੇ ਉਹਨਾਂ ਨੂੰ ਤੱਤੀਆਂ ਤਵੀਆਂ 'ਤੇ ਬਿਠਾਤਾ। ਭਲੇ ਵੀ ਦੁਖੀ ਹੁੰਦੇ ਨੇ, ਇਹ ਨਹੀਂ ਸਮਝੇ ਭਲੇ ਦੁਖੀ ਨਹੀਂ ਹੁੰਦੇ। ਜਿਹੜੇ ਭੈੜੇ ਨੇ ਉਹ ਭਲਿਆਂ ਨੂੰ ਦੁਖੀ ਕਰਦੇ ਰਹਿੰਦੇ ਨੇ। ਹਾਂਜੀ, ਮੈਂ ਦੇਖਿਆ ਜਿਹੜੇ ਕਰਮਚਾਰੀ ਰਿਸ਼ਵਤ ਨਹੀਂ ਲੈਂਦੇ, ਕਈ ਅਫਸਰ ਹੀ ਉਹਨਾਂ ਨੂੰ ਦੁਖੀ ਕਰੀ ਜਾਂਦੇ ਨੇ। ਕਦੇ ਕਿਸੇ ਖੂੰਜੇ ਲਾਤਾ, ਕਦੇ ਕਿਸੇ ਖੂੰਜੇ ਲਾਤਾ, ਕਦੇ ਕਿਤੇ ਆਹ ਕਰ, ਕਦੇ ਆਹ ਕਰ, ਵੀ ਇਹ ਦੁਖੀ ਹੋ ਜਾਏ ਫਿਰ ਇਹ ਰਿਸ਼ਵਤ ਲਵੇ ਅਤੇ ਫਿਰ ਸਾਡਾ ਹਿੱਸਾ ਸਾਨੂੰ ਭੇਜੇ। ਇਹ ਮੈਂ ਦੇਖੇ ਨੇ, ਕਿਉਂਕਿ ਮੇਰੇ ਕੋਲ ਹਰ ਪ੍ਰਕਾਰ ਦੇ ਕਰਮਚਾਰੀ ਆਉਂਦੇ ਨੇ। ਉਹਨਾਂ ਦੇ ਮੈਂ ਦੁੱਖ ਸੁਣਦਾ ਰਹਿਣਾ, ਫਿਰ ਮੈਨੂੰ ਪਤਾ ਲੱਗਦਾ ਕਿ ਇਮਾਨਦਾਰ ਰਹਿਣਾ ਵੀ ਕਿੰਨਾ ਔਖਾ ਅੱਜ ਕੱਲ੍ਹ। ਅੱਜ ਕੱਲ੍ਹ ਇਮਾਨਦਾਰ ਰਹਿਣਾ ਵੀ ਬਹੁਤ ਔਖਾ ਹੈ। ਇਸ ਲਈ ਤਾਂ ਵੱਡੇ ਭਾਗਾਂ ਵਾਲੇ ਨੇ ਜਿਹੜੇ ਇਮਾਨਦਾਰ ਬੈਠੇ ਲੋਕ। ਅਤੇ ਜੇ ਬਹੁਤੇ ਇਮਾਨਦਾਰ ਹੋ ਜਾਣਗੇ ਫਿਰ ਅਫਸਰ ਵੀ ਤੰਗ ਕਰਨੋਂ ਹਟ ਜਾਣਗੇ ਵੀ ਤਾਂ ਬਹੁਤੇ ਨੇ, ਹੁਣ ਨਹੀਂ ਕੋਈ ਦਿੰਦੇ। ਅਤੇ ਜੇ ਇੱਕ ਅੱਧਾ ਹੋਊਗਾ ਦਫ਼ਤਰ ਦੇ ਵਿੱਚ। ਸਾਡੇ ਨਾਲ ਇੱਕ ਟੀਚਰ ਸੀ, ਇਰੀਗੇਸ਼ਨ ਡਿਪਾਰਟਮੈਂਟ ਸੀ ਪਹਿਲਾਂ, ਉਹ ਦੁਖੀ ਹੋ ਗਿਆ। ਉਹ ਨਾ ਰਿਸ਼ਵਤ ਲਵੇ ਨਾ ਉੱਪਰ ਦੇਵੇ, ਕਦੇ ਉਹਨੂੰ ਕਿਤੇ ਲਾ ਦੇਣ ਕਲਰਕ, ਕਦੇ ਕਿਤੇ ਲਾ ਦੇਣ। ਅਖੀਰ 'ਤੇ ਉਹਨਾਂ ਨੇ ਡਿਸਪੈਚ 'ਤੇ ਲਾਤਾ ਵੀ ਚਿੱਠੀਆਂ ਤੋਂ ਬਾਹਰ ਭੇਜੀ ਜਾਇਆ ਕਰੋ। ਉਹ ਕਹਿੰਦੇ ਜਿੱਥੇ ਮਰਜ਼ੀ ਲਾ ਦਿਓ ਜੀ, ਮੈਂ ਤਾਂ ਤਨਖਾਹ ਲੈਣੀ, ਕੰਮ ਕਰਨਾ, ਮੈਨੂੰ ਇਹ ਨਹੀਂ ਹੈ ਮੈਨੂੰ ਫਲਾਣੀ ਸੀਟ ਚਾਹੀਦੀ ਹੈ ਜੀ। ਕਿਉਂ? ਜੇ ਪੈਸੇ ਖਾਣੇ ਹੋਣ ਫਿਰ ਅਫਸਰ ਨੂੰ ਕਹਿੰਦੇ ਮੈਨੂੰ ਫਲਾਣੀ ਸੀਟ ਦੇ ਦਿਓ ਜੀ। ਇੱਕ ਮੇਰੇ ਕੋਲ ਆਇਆ, ਮੈਂ DPO ਸਾਹਿਬ ਮੈਨੂੰ ਜਾਣਦੇ, ਜੇ ਸਭ ਤੋਂ ਉੱਪਰ ਵੱਡੇ ਸਾਡੇ ਅਫਸਰ ਹੁੰਦੇ ਨੇ ਸਾਰੇ ਪੰਜਾਬ ਦੇ। ਮੈਨੂੰ ਕਹਿੰਦਾ ਉਹਨਾਂ ਤੋਂ ਜੀ ਮੈਨੂੰ ਫਲਾਣੀ ਸੀਟ ਦਿਲਾ ਦਿਓ। ਮੈਂ ਨਹੀਂ ਇਹੋ ਜਿਹੇ ਕੰਮ ਕਰਦਾ। ਮੈਂ ਤੂੰ ਸੀਟ ਕਿਉਂ ਲੈਣਾ? ਕਹਿੰਦਾ ਉੱਥੇ ਪੈਸੇ ਬੜੇ ਮਿਲਦੇ ਆ ਜੀ। ਮੈਂ ਅੱਛਾ, ਮੈਂ ਇਹੋ ਜਿਹੇ ਨਹੀਂ ਕੰਮ ਕਰਦਾ ਨਾ, ਮੇਰੇ ਕੋਲ ਇਹੋ ਜਿਹੇ ਕੰਮਾਂ ਲਈ ਤੁਸੀਂ ਆਉਣਾ, ਪੁੱਠੇ ਕੰਮਾਂ ਲਈ ਮੇਰੇ ਕੋਲ ਨਹੀਂ ਆਉਣਾ ਹੈਗਾ। ਹਾਂ, ਤੈਨੂੰ ਪਹਿਲੀ ਸੀਟ 'ਤੇ ਕੋਈ ਦੁੱਖ ਹੈ ਉਹ ਤੂੰ ਦੱਸ। ਜਿਵੇਂ ਕਈ ਕਹਿੰਦੇ ਸਾਨੂੰ ਫਲਾਣਾ ਥਾਣਾ ਦੇ ਦਿਓ ਜੀ। ਮੈਂ ਕਿਉਂ ਮੰਗਦੇ ਹੋ ਤੁਸੀਂ ਇਹ? ਕਹਿੰਦੇ ਜੀ ਉੱਥੇ ਫੋੜੇ ਹੋਏ ਪੈਸੇ ਨੇ। ਮੈਂ ਠੀਕ ਹੈ, ਪੈਸੇ ਲਓ ਫਿਰ ਉੱਪਰ ਲੈਣ ਨੂੰ ਦਿਓ ਅਤੇ ਆਹੀ ਕੰਮ ਕਰਦੇ ਰਹੋ। ਅਤੇ ਜਦੋਂ ਜਮਦੂਤਾਂ ਨੇ ਕੁੱਟਣਾ ਤਾਂ ਫਿਰ ਕੁੱਟ ਖਾਈ ਜਾਓ ਉਹਨਾਂ ਦੇ ਜਮਦੂਤਾਂ ਦਾ। ਪਹਿਲਾਂ ਲੋਕਾਂ ਨੂੰ ਕੁੱਟੀ ਜਾਓ, ਫਿਰ ਜਮਦੂਤਾਂ ਤੋਂ ਕੁੱਟ ਖਾਈ ਜਾਓ। ਹਿਸਾਬ ਤਾਂ ਹੋਣਾ ਹੀ ਹੋਣਾ।
ਹਿਸਾਬ ਤੇ ਹੋਣਾ ਹੀ ਹੋਣਾ ਹੈ। ਜਦੋਂ ਲਾਲਚ ਜਾ ਕੇ ਕੁੱਟਣਾ ਹੈ ਅਸੀਂ, ਫਿਰ ਕੁੱਟ ਖਾਣੀ ਵੀ ਹੈ ਜੀ। ਇਸ ਲਈ ਕੋਸ਼ਿਸ਼ ਕਰੋ, ਜਿਹੜੇ ਵੀ ਸਤਸੰਗੀ ਨੇ, ਇਹਨਾਂ ਨੂੰ ਮੇਰੀ ਬੇਨਤੀ ਹੈ, ਦਸਾਂ ਨੌਂ ਦੀ ਕਿਰਤ ਕਰੋ। ਰਿਪੋਰਟ ਮੈਨੂੰ ਮਿਲਦੀ ਹੈ ਜੀ, ਕਹਿੰਦੇ ਤੁਹਾਡੇ ਸਤਸੰਗੀ ਲੈਂਦੇ ਆ ਜੀ ਰਿਸ਼ਵਤ। ਮੈਂ ਕੋਈ ਨਹੀਂ, ਆਪੇ ਭੋਗੀ ਜਾਣਗੇ। ਮੈਂ ਹੁਣ ਇਹ ਡੰਡਾ ਲੈ ਕੇ ਤਾਂ ਮਗਰ ਮਰ ਕੇ ਤੇ ਫਿਰ ਨਹੀਂ ਰਿਹਾ ਹੈ ਵੀ ਮੈਂ ਨਾ ਲੱਗਾ। ਸਾਡਾ ਕੰਮ ਤਾਂ ਸਿੱਖਿਆ ਦੇਣਾ। ਨਹੀਂ ਮੰਨਣਗੇ ਸਿੱਖਿਆ, ਅਸੀਂ ਬਾਣੀ ਅਨੁਸਾਰ ਦੇ ਰਹੇ, ਆਪਣੀ ਮਰਜ਼ੀ ਅਨੁਸਾਰ ਸਿੱਖਿਆ ਕੋਈ ਨਹੀਂ ਦਿੰਦੇ। ਜੋ ਬਾਣੀ 'ਚ ਲਿਖਿਆ ਉਹਦੇ ਅਨੁਸਾਰ ਸਿੱਖਿਆ ਦਿੰਦੇ। ਬਾਣੀ ਕਹਿੰਦੇ ਦਸਾਂ ਨੌਂ ਦੀ ਕਿਰਤ ਕਰੋ, ਬਸ ਕਰੋ। ਨਹੀਂ ਕਰੋਗੇ ਕੱਲ੍ਹ ਨੂੰ ਫਸ ਜਾਓਗੇ ਅਤੇ ਫਿਰ ਠੀਕ ਹੈ, ਫਿਰ ਭੋਗੀ ਜਾਓ, ਫਿਰ ਭੋਗੀ ਜਾਓ। ਕਿਉਂਕਿ ਇੱਕ ਵਾਰ ਜੋ ਕਰਮ ਹੋ ਗਿਆ ਤਾਂ ਫਿਰ ਭੋਗਣਾ ਪੈਣਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਫਿਰ ਇੱਕ ਕਰਮ ਜੇ ਇੱਕ ਵਾਰੀ ਹੋ ਗਿਆ ਨਾ, ਉਹਦੇ ਭੋਗਣਾ ਹੀ ਪੈਣਾ। ਆ ਕਿੰਨੇ ਹੀ ਬਾਬੇ ਅੰਦਰ ਕੀਤੇ ਹੁਣ ਸਰਕਾਰ ਨੇ, ਕੀਤੇ ਕਿ ਨਹੀਂ? ਕਿਉਂਕਿ ਕਰਮ ਹੋ ਗਿਆ ਕਰਮ, ਹੁਣ ਭੋਗਣਾ ਪੈਣਾ। ਇਹ ਤਾਂ ਕਰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਬਾਕੀ ਦਾਤੇ ਦੀ ਕਿਰਪਾ ਚਾਹੀਦੀ ਹੈ। ਜੇ ਉਹਦੀ ਕਿਰਪਾ ਹੋਵੇ ਤਾਂ ਮਨੁੱਖ ਨੂੰ ਸੋਝੀ ਰਹਿੰਦੀ ਹੈ। ਜੇ ਉਹਦੀ ਨਾ ਕਿਰਪਾ ਹੋਵੇ ਤਾਂ ਵੱਡਿਆਂ ਵੱਡਿਆਂ ਦੀ ਮੱਤ ਮਾਰੀ ਜਾਂਦੀ ਹੈ। ਹਾਲਾਂਕਿ ਯਾਰ ਹੈ ਤਾਂ ਸਿਆਣਾ ਬਿਆਣਾ ਸੀ, ਲੋਕਾਂ ਨੂੰ ਸਿੱਖਿਆ ਦਿੰਦਾ ਸੀ, ਅਤੇ ਆਪ ਕੀ ਕੀਤਾ ਹੈ? ਕਈ ਕਿਉਂ? ਜੇ ਪਰਮਾਤਮਾ ਚਾਹੇ ਉਹ ਸਭ ਕੁਛ ਫਿਰ ਕਰ ਸਕਦਾ ਹੁੰਦਾ। ਉਹ ਵੱਡਿਆਂ ਦੀ ਮੱਤ ਮਾਰ ਸਕਦਾ ਹੁੰਦਾ, ਅਤੇ ਕਮਲਿਆਂ ਨੂੰ ਮੱਤ ਦੇ ਸਕਦਾ ਹੁੰਦਾ। ਉਹਦੀ ਮਰਜ਼ੀ ਹੈ। ਭਲੇ ਬੁਰੇ ਕੀ ਪੀਰ ਪਛਾਨਤ। ਪਰਮਾਤਮਾ ਭਲਿਆਂ ਦੀ ਵੀ ਅਤੇ ਬੁਰਿਆਂ ਦੀ ਵੀ ਪੀੜ ਨੂੰ ਜਾਣਦਾ ਹੈ, ਦੁੱਖ ਨੂੰ ਜਾਣਦਾ ਹੈ। ਚੀਂਟੀ ਅਤੇ ਕੁੰਚਰ ਅਸਥੂਲਾ। ਇਹ ਚੀਂਟੀ ਹੈ, ਇੱਕ ਚੀਂਟੀ ਸ਼ਬਦ ਹੈ, ਇੱਕ ਚਿਉਂਟੀ ਵੀ ਹੈ। ਡਿਕਸ਼ਨਰੀ, ਹਿੰਦੀ ਦੀ ਡਿਕਸ਼ਨਰੀ, ਚਿਉਂਟੀ ਵੀ ਹੈ, ਕੀੜੀ। ਚੀਂਟੀ ਮੈਨੇ ਵੀ ਕੀੜੀ, ਚਿਉਂਟੀ ਮੈਨੇ ਵੀ ਕੀੜੀ। ਕੁੰਚਰ ਹਾਥੀ ਨੂੰ ਕਹਿੰਦੇ ਨੇ। ਹਿੰਦੀ 'ਚ ਹਸਤੀ ਵੀ ਕਹਿੰਦੇ ਹਾਥੀ ਨੂੰ, ਹਸਤੀ ਵੀ ਕਹਿੰਦੇ ਨੇ, ਅਤੇ ਕੁੰਚਰ ਵੀ ਕਹਿੰਦੇ ਨੇ। ਅਸਥੂਲਾ ਹੁੰਦਾ ਵੱਡੇ ਸਰੀਰ ਵਾਲਾ। ਕੀੜੀ ਤੋਂ ਲੈ ਕੇ ਵੱਡੇ ਸਰੀਰ ਵਾਲੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਪਰਮਾਤਮਾ ਸਾਰਿਆਂ 'ਤੇ ਕਿਰਪਾ ਦ੍ਰਿਸ਼ਟੀ ਕਰਕੇ ਖੁਸ਼ ਹੁੰਦਾ ਹੈ। ਫੁੱਲਾ ਮੈਨੇ ਖੁਸ਼ ਹੋਣਾ। ਹਾਲਾ ਕਹਿੰਦੇ ਆਪਣੀ ਵਡਿਆਈ ਸੁਣ ਕੇ ਫੁੱਲ ਗਿਆ ਜੀ। ਇਹ ਨਹੀਂ ਕਿ ਫੁੱਲ ਗਿਆ ਵੀ ਹਾਂ ਪਹਿਲਾਂ ਜੀ ਆਲੇ ਦੁਆਲੇ ਜਿਹੜਾ ਸੀ 40 ਇੰਚ ਸੀ ਛਾਤੀ, ਹੁਣ ਫੁੱਲ ਕੇ ਦੀ 50 ਇੰਚ ਹੋ ਗਈ। ਇਹ ਭਾਵ ਨਹੀਂ ਹੈਗੀ। ਭਾਵ ਖੁਸ਼ ਹੋਣਾ। ਪਰਮਾਤਮਾ ਜੀਵਾਂ 'ਤੇ ਕਿਰਪਾ ਕਰਕੇ ਖੁਸ਼ ਹੁੰਦਾ ਹੈ। ਅਸੀਂ ਤਾਂ ਕਈ ਵਾਰੀ ਜੀਵਨ ਤੰਗ ਕਰਕੇ ਖੁਸ਼ ਹੁੰਦੇ ਹਾਂ। ਪਰਮਾਤਮਾ ਉਹਨਾਂ ਦੀ ਕਿਰਪਾ ਕਰਕੇ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਜਿਉਂ ਆਪਾਂ ਭਜਨ ਬੰਦਗੀ ਕਰਦੇ ਜਾਵਾਂਗੇ, ਅਸੀਂ ਵੀ ਕਿਰਪਾਲੂ ਹੋ ਜਾਵਾਂਗੇ। ਅਸੀਂ ਵੀ ਜੀਵਾਂ 'ਤੇ ਦਇਆ ਕਰਨ ਲੱਗ ਜਾਵਾਂਗੇ। ਸਾਨੂੰ ਵੀ ਜੀਵਾਂ 'ਤੇ ਤਰਸ ਆਉਣ ਲੱਗ ਜਾਏਗਾ। ਅਸੀਂ ਵੀ ਉਹਨਾਂ ਦੀ ਸਹਾਇਤਾ ਕਰਨ ਲੱਗ ਜਾਵਾਂਗੇ, ਕਿਉਂ ਉਹ ਰੱਬੀ ਗੁਣ ਪੈਦਾ ਹੋ ਜਾਏਗਾ। ਅਜੇ ਸਾਡੀ ਭਜਨ ਬੰਦਗੀ ਘੱਟ ਹੈ, ਇਸ ਲਈ ਰੱਬੀ ਗੁਣ ਅਜੇ ਪੈਦਾ ਨਹੀਂ ਹੋ ਰਹੇ ਹਨ। ਹੋਰ ਭਜਨ ਬੰਦਗੀ ਵਧਾਓ। ਅੱਗੇ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਕਈ ਗੁੱਟ ਗਏ ਨਾ ਸਾਧਨ, ਧੱਦੇ ਨੂੰ ਔਂਕੜ ਛਪ ਗਿਆ ਹੈ, ਉਹ ਗਲਤ ਹੈ। ਉਹ ਤਾਂ ਵੈਸੇ ਪ੍ਰਿੰਟਿੰਗ ਪ੍ਰੈਸ 'ਚ ਕਿਤੇ ਗਲਤੀ ਹੋ ਗਈ ਹੈ, ਉਹ ਅੱਗੇ ਅੱਗੇ ਛਪੀ ਗਿਆ ਹੈ। ਸਾਧਨ ਕੋਈ ਸ਼ਬਦ ਨਹੀਂ ਹੈ। ਸਾਧ ਦਾ ਬਹੁਵਚਨ ਹੈ ਸਾਧਨ, ਜਿਵੇਂ ਸੰਤ ਦਾ ਬਹੁਵਚਨ ਹੈ ਸੰਤਨ। ਸੰਤ ਦਾ ਬਹੁਵਚਨ ਕੀ ਹੈ? ਸੰਤਨ। ਸਾਧ ਦਾ ਬਹੁਵਚਨ ਕੀ ਹੈ? ਸਾਧਨ। ਪੁਰਖ ਦਾ ਬਹੁਵਚਨ ਕੀ ਹੈ? ਪੁਰਖਨ। ਕਰਮ ਦਾ ਬਹੁਵਚਨ ਕੀ ਹੈ? ਕਰਮਨ। ਇਸ ਪ੍ਰਕਾਰ ਨੰਨੇ ਦੇ ਨਾਲ ਫਿਰ ਬਹੁਵਚਨ ਬਣ ਜਾਂਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ। ਜੇ ਸੰਤਾਂ ਨੂੰ ਦੁੱਖ ਕੋਈ ਦਿੰਦਾ ਨਾ, ਪਰਮਾਤਮਾ ਦੁਖੀ ਹੁੰਦਾ ਹੈ। ਉਹਨੂੰ ਦੁੱਖ ਹੁੰਦਾ ਵੀ ਇਹ ਲੋਕ ਮੇਰੇ ਸੰਤਾਂ ਨੂੰ ਦੁਖੀ ਕਰ ਰਹੇ ਹਨ। ਸਾਧੂ ਦੁਖੀ ਹੈ ਤਾਂ ਰੱਬ ਦੁਖੀ ਹੈ। ਸਾਧੂ ਸੁਖੀ ਹੈ, ਰੱਬ ਸੁਖੀ ਹੈ। ਕਿਉਂਕਿ ਸਾਧੂ ਪਰਮਾਤਮਾ ਨੂੰ ਪਿਆਰ ਕਰਦਾ ਹੈ,
ਅਤੇ ਜੇ ਕਿਸੇ ਦਾ ਪਿਆਰਾ ਦੁਖੀ ਹੈ, ਮੰਨ ਲਓ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਉਹ ਦੁਖੀ ਹੈ, ਆਪਾਂ ਵੀ ਦੁੱਖ ਮਹਿਸੂਸ ਕਰਾਂਗੇ ਨਾ। ਆਪਾਂ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਹਾਂ, ਜੇ ਮਾਂ ਪਿਓ ਦੁਖੀ ਨੇ ਆਪਾਂ ਵੀ ਜ਼ਰੂਰ ਦੁਖੀ ਹੋਵਾਂਗੇ, ਸਾਡਾ ਮਨ ਵੀ ਉਦਾਸ ਹੋ ਜਾਏਗਾ। ਮਾਂ ਬਾਪ 'ਚ ਅਚਾਨਕ ਕੋਈ ਬਿਮਾਰ ਪੈ ਗਿਆ ਹੈ, ਹਸਪਤਾਲ ਜਾਣਾ ਪੈ ਗਿਆ ਹੈ, ਅਤੇ ਮੈਂ ਦੇਖੇ ਬੱਚੇ ਆਉਂਦੇ ਮੇਰੇ ਕੋਲ, ਨਾਲੇ ਵਿਚਾਰੇ ਰੋਈ ਜਾਂਦੇ ਨੇ, ਨਾਲੇ ਕਹੀਂ ਕੋਈ ਪਾਠ ਦੇ ਦਿਓ ਜੀ, ਮੇਰੀ ਮਾਂ ਬਹੁਤ ਬਿਮਾਰ ਹੈ ਜੀ, ਤੰਦਰੁਸਤ ਹੋ ਜਾਏ ਜੀ। ਹਾਂਜੀ, ਮੈਂ ਦੇਖੇ ਰੋ ਵੀ ਰਹੇ ਹੁੰਦੇ ਨੇ, ਦੁੱਖ ਮਹਿਸੂਸ ਕਰਦੇ ਨਾ। ਉਹਨਾਂ ਦੀ ਮਾਂ ਹੈ, ਬਾਪ ਹੈ, ਉਹਨਾਂ ਦੇ ਬੱਚੇ ਨੇ, ਬੱਚੇ ਨੂੰ ਆਪਣੇ ਮਾਂ ਪਿਓ ਦੀ ਚਿੰਤਾ ਹੈ, ਉਹ ਦੁਖੀ ਨੇ, ਬੱਚੇ ਵੀ ਦੁਖੀ ਨੇ, ਕਿਉਂਕਿ ਪਿਆਰ 'ਚ ਹੈ। ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਨੂੰ ਪਿਆਰ ਕਰਦਾ, ਸੰਤਾਂ ਨੂੰ ਪਿਆਰ ਕਰਦਾ। ਜਦੋਂ ਸੰਤ ਦੁਖੀ ਹੁੰਦੇ ਨੇ, ਪਰਮਾਤਮਾ ਨੂੰ ਦੁੱਖ ਮਹਿਸੂਸ ਕਰਦਾ। ਸੁਖ ਪਾਏ ਸਾਧਨ ਕੇ ਸੁਖੀ, ਜਦੋਂ ਸਾਧੂ ਸੁਖੀ ਹੁੰਦੇ ਨੇ, ਪਰਮਾਤਮਾ ਨੂੰ ਸੁਖ ਵੀ ਮਹਿਸੂਸ ਕਰਦਾ ਹੈ। ਏਕ ਏਕ ਹੀ ਪੀਰ ਪਛਾਨੈ, ਪਰਮਾਤਮਾ ਸਾਰਿਆਂ ਦੇ ਦੁੱਖ ਨੂੰ ਜਾਣਦਾ ਹੈ। ਇੱਕ ਇੱਕ ਦਿਨ ਉਹ ਸਭ ਨੂੰ ਜਾਣਦਾ, ਕਿਉਂਕਿ ਉਹਨੇ ਸਾਰਿਆਂ ਨੂੰ ਪੈਦਾ ਕੀਤਾ, ਉਸਨੇ ਹੀ ਸਾਰਿਆਂ ਨੂੰ ਪੈਦਾ ਕੀਤਾ ਹੈ। ਅਸੀਂ ਆਪਣੇ ਆਪ ਨਹੀਂ ਪੈਦਾ ਹੋ ਗਏ। ਪਰਮਾਤਮਾ ਨੇ ਕਿਹਾ ਚੱਲ ਤੇਰੇ ਇੰਨੇ ਬੱਚੇ ਹੋਣ, ਇੰਨੇ ਪੁੱਤਰ ਹੋਣਗੇ, ਇੰਨੀਆਂ ਧੀਆਂ ਹੋਣਗੀਆਂ, ਉਸ ਤਰ੍ਹਾਂ ਹੀ ਹੁੰਦਾ। ਜੇ ਸਾਡੇ ਵੱਸ 'ਚ ਹੋਵੇ, ਮੈਂ ਕਹਿੰਦਾ ਪੰਜਾਬ ਦੇ 99% ਲੋਕ ਜਿਹੜੇ ਨੇ ਉਹ ਪੁੱਤਰ ਹੀ ਜੰਮਣਗੇ, ਧੀ ਦਾ ਕੋਈ ਜੰਮੇਗਾ ਹੀ ਨਹੀਂ, ਅਤੇ 100 ਸਾਲਾਂ ਬਾਅਦ ਖਤਮ ਹੋ ਜਾਏਗਾ ਪੰਜਾਬ। ਸਤਿ ਸ੍ਰੀ ਅਕਾਲ ਹੋ ਗਈ ਬਈ। ਕਿਉਂ? ਹੁਣ ਬੰਦੇ ਤੋਂ ਤਾਂ ਅੱਗੇ ਜਵਾਕ ਜੰਮਣਾ ਕੋਈ ਨਹੀਂ, ਜਵਾਕ ਤੇ ਲੜਕੀ ਤੋਂ ਜੰਮਣਾ, ਅਤੇ ਲੜਕੀ ਅਸੀਂ ਪੈਦਾ ਨਹੀਂ ਹੋਣ ਦੇਣੀ। ਇਹ ਤਾਂ ਸਰਕਾਰ ਨੇ ਹੁਣ ਸਖਤੀ ਕੀਤੀ ਹੈ ਵੀ ਖਬਰਦਾਰ ਜੇ ਦੱਸਿਆ ਵੀ ਕਿ ਬੱਚਾ ਕਿਹੜਾ ਬੱਚਾ ਹੋ ਰਿਹਾ। ਫੋਰਨ ਕੰਟਰੀ ਦੱਸ ਦਿੰਦੇ ਨੇ, ਫੋਰਨ ਕੰਟਰੀ ਪੁੱਛ ਲੈਂਦੇ, ਪੁੱਛਣਾ ਹੈ ਤੁਸੀਂ ਸੈਕਸ? ਹਾਂ, ਉਹ ਹਾਂ ਦੱਸ ਦਿਓ ਜੀ, ਲੜਕੀ ਹੋ ਰਹੀ ਹੈ ਜੀ, ਉਹ ਤਾਂ ਦੱਸ ਦਿੰਦੇ ਨੇ। ਹੋਰ ਵੀ ਕਈ ਸਟੇਟਾਂ 'ਚ ਮੈਂ ਦੇਖਿਆ ਦੱਸ ਦਿੰਦੇ ਨੇ। ਪੰਜਾਬ 'ਚ ਸਖਤ ਹਦਾਇਤ ਹੈ ਗੌਰਮੈਂਟ ਦੀ ਵੀ ਜੇ ਕਿਸੇ ਡਾਕਟਰ ਨੇ ਇਹ ਦੱਸਤਾ ਨਾ ਵੀ ਤੇਰੇ ਘਰ ਲੜਕਾ ਹੋ ਰਿਹਾ ਜਾਂ ਲੜਕੀ ਹੋ ਰਹੀ ਹੈ, ਉਹਨੂੰ ਫੜ ਕੇ ਅੰਦਰ ਕਰ ਦਿੰਦੇ, ਉਹਦੀ ਮਸ਼ੀਨਾਂ ਸਾਰੇ ਜ਼ਬਤ ਕਰ ਲੈਂਦੇ। ਮੇਰੇ ਕੋਲ ਕਈ ਆ ਜਾਣਗੇ, ਬਾਬਾ ਜੀ ਕਿਰਪਾ ਕਰੋ ਦੱਸਿਓ ਜੀ ਲੜਕੀ, ਮੈਂ ਨਹੀਂ ਦੱਸਦਾ। ਕਿਉਂ? ਮੈਂ ਤੁਹਾਡੇ ਪਿੱਛੇ ਅੰਦਰ ਜਾਣਾ ਹੈ। ਮੰਨ ਲਓ ਮੈਂ ਕਹਿ ਦਿੰਦਾ ਵੀ ਹਾਂ ਜੀ ਲੜਕੀ ਹੋ ਰਹੀ ਹੈ, ਸਪੋਜ਼ ਕਰੋ, ਤੁਸੀਂ ਅਬੋਰਸ਼ਨ ਕਰਾ ਲੈਂਦੇ ਹੋ। ਅਬੋਰਸ਼ਨ ਕਰੋ, ਜਿਹਨੇ ਅਬੋਰਸ਼ਨ ਕੀਤੀ ਹੈ ਉਹ ਫੜਿਆ ਗਿਆ, ਉਹ ਕਹੇਗਾ ਕਿਸ ਨੇ ਅਬੋਰਸ਼ਨ ਕਰਾਈ? ਉਹ ਕਹਿੰਦੇ ਫਲਾਣੇ ਨੇ ਕਰਾਈ ਹੈ। ਉਹ ਕਹਿੰਦੇ ਵੀ ਤੁਸੀਂ ਕਿਉਂ ਕਰਾਈ ਜੀ? ਸਾਨੂੰ ਬਾਬਾ ਜੀ ਨੇ ਕਿਹਾ ਤੁਹਾਡੇ ਲੜਕੀ ਹੋਊਗੀ, ਅਸੀਂ ਤਾਂ ਕਰਾਈ ਹੈ। ਉਹ ਕਹਿੰਦੇ ਆ ਜਾਓ ਬਾਬਾ ਜੀ, ਤੁਸੀਂ ਵੀ ਆ ਜਾਓ। ਮੈਂ ਇਹੋ ਜਿਹੇ ਕੰਮ ਨਹੀਂ ਕਰਦਾ, ਮੈਨੂੰ ਕਾਨੂੰਨਾਂ ਦਾ ਪਤਾ ਹੈ। ਮੈਂ ਤੁਹਾਡੇ ਪਿੱਛੇ ਜੇਲ੍ਹ ਨਹੀਂ ਜਾਣਾ ਅਤੇ ਪੁਲਿਸ ਦੀ ਕੁੱਟ ਨਹੀਂ ਖਾਣੀ, ਆਪਣੀ ਬੇਇੱਜ਼ਤੀ ਨਹੀਂ ਕਰਾਉਣੀ, ਮੇਰਾ ਇਹ ਕੰਮ ਨਹੀਂ ਹੈਗਾ। ਹਾਲਾਂਕਿ ਦਾਤੇ ਦੀ ਕਿਰਪਾ, ਮੈਨੂੰ ਪਤਾ ਹੁੰਦਾ ਵੀ ਇਹਦੀ ਲੜਕੀ ਹੋਏ, ਨਹੀਂ ਦੱਸਦੇ ਅਸੀਂ। ਮੈਂ ਨਾ ਜੀ, ਕਈ ਮੇਰੇ ਕੋਲ ਪੁੱਤਰ ਹੋਵੇ, ਮੈਂ ਨਹੀਂ ਪੁੱਤਰ ਦੀ ਅਰਦਾਸ ਕਰਦਾ। ਮੈਂ ਤਾਂ ਬੱਚੇ ਦੀ ਅਰਦਾਸ ਕਰੂੰਗਾ, ਤੁਹਾਡੇ ਘਰ ਬੱਚਾ ਹੋਵੇ, 1 ਹੈ 2 ਚਾਹੀਦੇ, 3 ਚਾਹੀਦੇ, ਜਿੰਨੇ ਬੋਲੋ ਅਰਦਾਸ ਕਰ ਦਿੰਦਾ ਮੈਂ। ਪੁੱਤਰ ਦੀ ਮੈਂ ਅਰਦਾਸ ਨਹੀਂ ਕਰਨੀ। ਰੱਬ ਨਾ ਕਰੇ ਤੁਹਾਡੇ ਘਰ ਲੜਕੀ ਹੋ ਜੀ, ਤੁਸੀਂ ਤਾਂ ਮੈਨੂੰ ਕਹੋਗੇ ਤੁਸੀਂ ਤਾਂ ਕਹਿੰਦੇ ਪੁੱਤਰ ਹੋਵੇਗਾ ਜੀ, ਇਹਦੀ ਲੜਕੀ ਹੋ ਗਈ ਹੈ ਜੀ, ਅਸੀਂ ਕੀ ਕਰੀਏ ਜੀ, ਸਾਡੇ ਤਾਂ ਪਹਿਲਾਂ ਹੀ 2 ਸਨ ਜੀ। ਮੈਂ ਆਪਣੇ ਵਰਤ ਖੜ੍ਹਾ ਕਰਨਾ। ਮੈਂ ਸਾਫ਼ ਕਹਿ ਦਿੰਦਾ ਵੀ ਮੈਂ ਪੁੱਤਰ ਦੀ ਅਰਦਾਸ ਨਹੀਂ ਕਰਨੀ। ਇੱਕ ਮੈਂ ਇਹ ਨਹੀਂ ਦੱਸਣਾ ਲੜਕੀ ਹੋਏਗੀ ਕਿ ਲੜਕਾ ਹੋਏਗਾ, ਇਹ 2 ਕੰਮ ਮੈਂ ਨਹੀਂ ਕਰਨੇ। ਹਾਂ, ਬਾਕੀ ਅਰਦਾਸ ਜੋ ਮਰਜ਼ੀ ਕਰੋ, ਦੁੱਖ ਸੁੱਖ ਦੀ ਅਸੀਂ ਕਰਨ ਨੂੰ ਤਿਆਰ ਹਾਂ। ਸੋ ਗੁਰੂ ਮਹਾਰਾਜ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ। ਪਰਮਾਤਮਾ ਜੇ ਸੰਤਾਂ ਨੂੰ ਕੋਈ ਦੁੱਖ ਦਿੰਦਾ, ਪਰਮਾਤਮਾ ਦੁੱਖ ਮਹਿਸੂਸ ਕਰਦਾ। ਸੁਖ ਪਾਏ ਸਾਧਨ ਕੇ ਸੁਖੀ, ਜੇ ਕੋਈ ਸੰਤਾਂ ਨੂੰ ਸੁੱਖ ਦਿੰਦਾ, ਪਰਮਾਤਮਾ ਸੁਖੀ ਮਹਿਸੂਸ ਕਰਦਾ ਹੈ। ਏਕ ਏਕ ਹੀ ਪੀਰ ਪਛਾਨ, ਪਰਮਾਤਮਾ ਇੱਕ ਇੱਕ ਦੇ ਦੁੱਖ ਨੂੰ ਜਾਣਦਾ ਹੈ। ਘਟ ਘਟ ਕੇ ਪਟ ਪਟ ਕੀ ਜਨ, ਪਟ ਪਰਦੇ ਨੂੰ ਕਹਿੰਦੇ ਨੇ। ਪਰਦੇ ਦੀ ਗੱਲ ਆਪਾਂ ਕਈ ਵਾਰੀ ਕਿਸੇ ਨਾਲ ਕੋਈ ਗੱਲ ਕਰਨ ਨੂੰ ਪਰਾਂ ਲਿਜਾ ਕੇ ਕਰਦੇ ਹਾਂ, ਦੂਜੇ ਸਾਹਮਣੇ ਨਹੀਂ ਕਰਦੇ। ਪਰਦੇ ਦੀ ਗੱਲ ਹੁੰਦੀ ਵੀ ਸਿਰਫ ਤੇਰੇ ਨਾਲ ਹੀ ਗੱਲ ਕਰਨੀ, ਹੋਰਾਂ ਨੂੰ ਪਤਾ ਲੱਗਣਾ ਚਾਹੀਦਾ। ਪਰ
ਪੜਦਾ ਕੀ ਹੈ? ਭਾ ਪਰਮਾਤਮਾ ਨੂੰ ਹਰ ਇੱਕ ਦੇ ਮਨ ਦਾ ਪਤਾ। ਉਹ ਉਹਨਾਂ ਨੂੰ ਹਰ ਇੱਕ ਦੇ ਸਰੀਰ ਦਾ, ਹਰ ਇੱਕ ਦੇ ਮਨ ਦਾ ਪਤਾ ਵੀ ਇਹਦੇ ਮਨ ਵਿੱਚ ਕੀ ਹੈ। ਉਹਨਾਂ ਨੂੰ ਦਿਲ ਦਾ ਵੀ ਪਤਾ ਹੈ ਅਤੇ ਪਰਦੇ ਦੀ ਗੱਲ ਦਾ ਵੀ ਪਤਾ ਵੀ। ਪਰਮਾਤਮਾ ਤੋਂ ਭਾਵ ਕੁਝ ਛੁਪਿਆ ਨਹੀਂ। ਜੋ ਵੀ ਸਾਡੇ ਮਨ 'ਚ ਹੈ ਉਹਦਾ ਪਰਮਾਤਮਾ ਨੂੰ ਪਤਾ ਹੈ। ਜੋ ਵੀ ਅਸੀਂ ਲੋਕਾਂ ਤੋਂ ਛੁਪਾ ਕੇ ਵੀ ਕਰ ਰਹੇ ਹਾਂ ਉਹ ਵੀ ਉਹਨੂੰ ਪਤਾ ਹੈ। ਸਾਡੇ ਜਿਹੜੇ ਕਰਮਾਂ ਦਾ ਹਿਸਾਬ ਕਿਤਾਬ ਤੇ ਕਰਨਾ ਪਰਮਾਤਮਾ ਨੇ। ਅਸੀਂ ਲੋਕਾਂ ਤੋਂ ਛੁਪਾ ਕੇ ਕਰਦੇ ਹਾਂ। ਲੋਕਾਂ ਨੇ ਸਾਡੇ ਕਰਮਾਂ ਦਾ ਹਿਸਾਬ ਨਹੀਂ ਕਰਨਾ, ਸਾਡੇ ਕਰਮਾਂ ਦਾ ਹਿਸਾਬ ਤੇ ਕਰਨਾ ਪਰਮਾਤਮਾ ਨੇ। ਅਤੇ ਉਹ ਤਾਂ ਅੰਦਰ ਹੀ ਬੈਠਾ, ਉਹ ਤਾਂ ਵੇਖ ਰਿਹਾ ਹੈ, ਉਹ ਤਾਂ ਵੇਖ ਰਿਹਾ ਇਹ ਕਹਿੰਦਾ ਕੀ ਹੈ, ਕਰਦਾ ਕੀ ਹੈ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਸੋ ਜੇ ਬਾਹਰੋਂ ਨਿਰਮਲ ਹੈ ਅਤੇ ਜੀ ਤਾਂ ਮੈਲੇ ਹੈ, ਨਹੀਂ ਗੱਲ ਬਣੇਗੀ। ਹਾਂ, ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਫਿਰ ਅਸੀਂ ਸੱਚ ਦੇ ਵਿੱਚ ਲੀਨ ਹੋ ਜਾਵਾਂਗੇ, ਅਗਰ ਅੰਦਰੋਂ ਵੀ ਸਾਫ਼ ਅਤੇ ਬਾਹਰੋਂ ਵੀ ਸਾਫ਼। ਨਹੀਂ ਤਾਂ ਕਈ ਵਾਰੀ ਕੀ ਹੁੰਦਾ, ਬਨੈਣ ਮੈਲੀ ਅਤੇ ਕਮੀਜ਼ ਚਿੱਟਾ ਦੁੱਧ, ਕਮੀਜ਼ ਚਿੱਟਾ ਦੁੱਧ, ਬਨੈਣ ਅੰਦਰ ਮੈਲੀ। ਉੱਥੇ ਪਤਾ ਲੱਗ ਜਾਊਗਾ ਵੀ ਇਹਦਾ ਮਤਲਬ ਜਿਹਦਾ ਬਨੈਣ ਹੀ ਮੈਲੀ ਹੈ ਇਹਦਾ ਮਨ ਵੀ ਮੈਲਾ ਹੈ। ਜਿਹਦਾ ਮਨ ਸਾਫ਼ ਹੁੰਦਾ ਇਹਨੂੰ ਮੈਲੇ ਕੱਪੜੇ ਪਸੰਦ ਹੀ ਨਹੀਂ ਸੀ ਹੋਣੇ, ਇਹਨੇ ਲੱਕ ਸੁੱਟ ਦੇਣੇ ਸੀ ਵੀ ਇਹ ਮੈਲੀ ਹੈ। ਅੰਦਰ ਮੈਲ ਹੈ ਨਾ, ਇਸ ਲਈ ਬਾਹਰੋਂ ਵੀ ਮੈਲ ਪਸੰਦ ਹੈ। ਸਾਡੇ ਅੰਦਰ ਜੋ ਕੁਛ ਹੈ ਬਾਹਰੋਂ ਸਾਨੂੰ ਉਹੀ ਕੁਛ ਚੰਗਾ ਲੱਗਦਾ, ਯਾਦ ਰੱਖਣਾ। ਜੇ ਅੰਦਰ ਚੋਰ ਹੈ ਤਾਂ ਬਾਹਰ ਚੋਰ ਨਾਲ ਦੋਸਤੀ ਹੋਵੇਗੀ, ਦੋਸਤੀ ਚੋਰ ਨਾਲ ਹੋਵੇਗੀ, ਸਾਧ ਨਾਲ ਨਹੀਂ ਹੋਵੇਗੀ। ਜੇ ਅੰਦਰ ਭਜਨ ਬੰਦਗੀ ਹੈ ਤਾਂ ਫਿਰ ਚੋਰ ਨਾਲ ਦੋਸਤੀ ਨਹੀਂ ਹੋਵੇਗੀ, ਫਿਰ ਭਜਨ ਬੰਦਗੀ ਕਰਨ ਵਾਲੇ ਨਾਲ ਦੋਸਤੀ ਹੋਵੇਗੀ। ਜੋ ਕੁਛ ਸਾਡੇ ਅੰਦਰ ਹੈ ਉਹੀ ਕੁਛ ਸਾਨੂੰ ਬਾਹਰੋਂ ਚੰਗਾ ਲੱਗਦਾ ਹੈ। ਜੋ ਤੁਹਾਨੂੰ ਬਾਹਰੋਂ ਚੰਗਾ ਲੱਗਦਾ ਸਮਝੋ ਅੰਦਰੋਂ ਤੁਸੀਂ ਉਹੀ ਕੁਛ ਹੀ ਹੋ ਬਸ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਤੁਹਾਡੇ ਬਾਹਰਲੇ ਲੱਛਣਾਂ ਤੋਂ ਹੀ ਪਤਾ ਲੱਗਦਾ ਕਿ ਤੁਹਾਡੇ ਅੰਦਰ ਕੀ ਹੈ। ਅੰਦਰ ਦਾ ਇਸ ਤਰ੍ਹਾਂ ਪਤਾ ਲੱਗਦਾ। ਸੋ ਏਕ ਏਕ ਹੀ ਪੀਰ ਪਛਾਨੇ, ਘਟ ਘਟ ਕੇ ਪਟ ਪਟ ਕੀ ਜਾਣੇ। ਪਰਮਾਤਮਾ ਹਰ ਇੱਕ ਦੇ ਦਿਲ ਦੇ ਦੁੱਖ ਨੂੰ ਜਾਣਦਾ ਹੈ ਅਤੇ ਹਰ ਇੱਕ ਦੇ ਮਨ ਵਿੱਚ ਕੀ ਹੈ, ਭਾਵੇਂ ਕਿੰਨੇ ਵੀ ਪਰਦੇ ਦੀ ਗੱਲ ਹੋਵੇ, ਪਰਮਾਤਮਾ ਉਸ ਨੂੰ ਜਾਣਦਾ ਹੈ। ਅੱਗੇ ਕਹਿੰਦੇ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਬ ਅਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜਬ ਉਦਕਰਖ, ਉਦਕਰਖ ਹੁੰਦਾ ਹੈ ਪਸਾਰਾ, ਕਿਸੇ ਚੀਜ਼ ਨੂੰ ਬਣਾ ਦੇਣਾ, ਜਿਵੇਂ ਸੰਸਾਰ ਨੂੰ ਪਰਮਾਤਮਾ ਨੇ ਬਣਾਇਆ ਹੈ। ਜਬ ਉਦਕਰਖ ਕਰਾ ਕਰਤਾਰਾ, ਪਰਮਾਤਮਾ ਨੇ ਜਦੋਂ ਇਹ ਸਾਰਾ ਪਸਾਰਾ ਕੀਤਾ, ਇਹ ਸਾਰਾ ਸੰਸਾਰ ਬਣਾਇਆ। ਹਾਂਜੀ, ਫਿਰ ਜਦੋਂ ਇਹਨੇ ਬਣਾਇਆ, ਪ੍ਰਜਾ ਧਰਤ ਤਬ ਦੇ ਅਪਾਰ। ਪ੍ਰਜਾ ਭਾ ਪ੍ਰਜਾ ਲੋਕ, ਤਾਂ ਜੀਵਨ ਜਿਹੜਾ ਹੈ ਅਪਾਰਾ ਹੁੰਦਾ ਬੇਅੰਤ। ਬੇਅੰਤ ਜੀਵਨ ਇਹ ਸਰੀਰ ਧਾਰਨ ਕਰ ਲਿਆ, ਧਰਤ ਧਾਰਨ ਕਰ ਲਿਆ ਹੈ, ਦੇ ਸਰੀਰ। ਜਦੋਂ ਪਰਮਾਤਮਾ ਨੇ ਪਸਾਰਾ ਕੀਤਾ ਤਾਂ ਜੀਵਾਂ ਨੇ ਸਰੀਰ ਧਾਰਨ ਕਰ ਲਏ, ਬੇਅੰਤ ਜੀਵਾਂ ਨੇ ਸਰੀਰ ਧਾਰਨ ਕਰ ਲਏ, ਭਾਵ ਜੀਵ ਪੈਦਾ ਹੋ ਗਏ। ਜਬ ਅਕਰਖ ਕਰਤ ਹੋ ਕਬਹੂੰ, ਅਕਰਖ ਹੁੰਦਾ ਇਸ ਪਸਾਰੇ ਨੂੰ ਖਤਮ ਕਰਨਾ। ਜਦੋਂ ਤੁਸੀਂ ਸਾਰੇ ਪਸਾਰੇ ਨੂੰ ਖਤਮ ਕਰ ਦਿੰਦੇ ਹੋ, ਤੁਮ ਮੈਂ ਮਿਲਤ ਦੇ ਧਰ ਸਭ, ਜਿੰਨੇ ਦੇਹ ਧਾਰੀ ਜੀਵ ਨੇ ਸਾਰੇ ਤੁਹਾਡੇ ਵਿੱਚ ਹੀ ਮਿਲ ਜਾਂਦੇ ਹਨ। ਤੁਹਾਡੇ ਵਿੱਚੋਂ ਹੀ ਇਹ ਸਾਰੇ ਪੈਦਾ ਹੋਏ। ਜਦ ਤੁਸੀਂ ਖਿਲਾਰਾ ਪਸਾਰਾ ਕੀਤਾ, ਤੁਹਾਡੇ ਵਿੱਚੋਂ ਹੀ ਇਹ ਸਾਰੇ ਜੀਵ ਪੈਦਾ ਹੋ ਗਏ। ਜਦ ਤੁਸੀਂ ਆਪਣਾ ਪਸਾਰਾ ਸਮੇਟ ਲਿਆ, ਸਾਰੇ ਜੀਵ ਤੁਹਾਡੇ ਵਿੱਚ ਹੀ ਰਲ ਗਏ। ਬਸ ਪਰਮਾਤਮਾ ਦੇ ਵਿੱਚੋਂ ਹੀ ਸਭ ਕੁਛ ਹੁੰਦਾ ਅਤੇ ਪਰਮਾਤਮਾ ਦੇ ਵਿੱਚ ਹੀ ਸਭ ਕੁਝ ਮਿਲ ਜਾਂਦਾ ਹੈ। ਚੌਦਵੀਂ ਪੌੜੀ ਹੈ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ,
आप अपनी बूझ उचारै, तुम सब ही ते रहत निरालम, जानत बेद भेद अर आलम। ਜੇ ਤੇ ਬਦਨ, ਬਦਨ ਸਰੀਰਾਂ ਨੂੰ ਕਹਿੰਦੇ ਨੇ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਇਹਨੂੰ ਪੜ੍ਹਨਾ ਸ੍ਰਿਸ਼ਟ, ਜਿਹਨੂੰ ਸ੍ਰਿਸ਼ਟੀ ਹਿੰਦੀ ਵਾਲੇ ਕਹਿੰਦੇ ਨੇ। ਜਦੋਂ ਪਰਮਾਤਮਾ ਸ੍ਰਿਸ਼ਟੀ ਪੈਦਾ ਕਰਦਾ ਹੈ ਤਾਂ ਸਾਰੇ ਜੀਵ ਸਰੀਰ ਧਾਰਨ ਕਰ ਲੈਂਦੇ ਹਨ। ਪਰਮਾਤਮਾ ਨੇ ਸ੍ਰਿਸ਼ਟੀ ਬਣਾਈ, ਨਾਲ ਫਿਰ ਜੀਵ ਬਣ ਗਏ। ਉਂਝ ਸ੍ਰਿਸ਼ਟੀ ਦਾ ਕੀ ਕਰਨਾ ਸੀ ਬਣਾ ਕੇ? ਵੈਸੇ ਸ੍ਰਿਸ਼ਟੀ ਦਾ ਬਣਾ ਕੇ ਕੀ ਕਰਨਾ ਸੀ? ਮੰਨ ਲਓ ਪਰਮਾਤਮਾ ਨੇ ਸਭ ਕੁਝ ਬਣਾ ਦਿੱਤਾ, ਜੇ ਸੂਰਜ ਨਾ ਬਣਾਉਂਦਾ ਕੱਖ ਵੀ ਨਹੀਂ ਸੀ ਇੱਥੇ ਹੋਣਾ। ਸਾਡਾ ਜੀਵਨ, ਸਾਰੀ ਬਨਸਪਤੀ ਦਾ ਜੀਵਨ ਸੂਰਜ 'ਤੇ ਨਿਰਭਰ ਕਰਦਾ ਹੈ। ਇਸ ਲਈ ਲੋਕ ਫਿਰ ਸੂਰਜ ਨੂੰ ਪੂਜਣ ਲੱਗ, ਉਹਨੂੰ ਦੇਵਤਾ ਕਹਿਣ ਲੱਗ ਪਏ। ਹਾਲਾਂਕਿ ਉਹ ਤਾਂ ਅੱਗ ਦਾ ਗੋਲਾ ਹੈ, ਉਹ ਕੋਈ ਬੰਦਾ ਜਨਾਨੀ ਥੋੜ੍ਹਾ ਹੀ ਦੇਵੀ ਦੇਵਤਾ ਕੋਈ। ਸਿਰਫ ਇਸ ਲਈ ਪੂਜਣ ਲੱਗ ਗਏ ਕਿ ਸੂਰਜ ਕਰਕੇ ਹੀ ਜੀਵਨ ਹੈ। ਜਿਨ੍ਹਾਂ ਇਲਾਕਿਆਂ ਦੇ ਵਿੱਚ ਹੁਣ ਜੇ ਸਾਇਬੇਰੀਆ ਦਾ ਇਲਾਕਾ ਹੈ, ਉੱਥੇ ਸੂਰਜ ਬਹੁਤ ਘੱਟ ਹੈ, ਕਿਉਂਕਿ ਉਹ ਜਿਹੜੇ ਦੋਨੋਂ ਇਲਾਕੇ ਨੇ, ਨਾਰਥ ਪੋਲ, ਸਾਊਥ ਪੋਲ, ਉੱਥੇ ਸੂਰਜ ਦੀਆਂ ਕਿਰਨਾਂ ਬਹੁਤ ਘੱਟ ਪੈਂਦੀਆਂ ਨੇ ਅਤੇ ਥੋੜ੍ਹੇ ਜਿਹੇ ਸਮੇਂ ਲਈ ਪੈਂਦੀਆਂ ਨੇ। ਇਸ ਲਈ ਉੱਥੇ ਬਰਫ ਹੀ ਬਰਫ, ਬਰਫ ਹੀ ਬਰਫ ਹੈ। ਹੁਣ ਦੱਸੋ ਬਰਫ ਦੇ ਵਿੱਚ ਕਿਹੜਾ ਜੀਵ ਹੋਏਗਾ? ਕੋਈ ਵੀ ਨਹੀਂ ਹੁੰਦਾ। ਸੂਰਜ ਕਾਰਨ ਹੀ ਸਭ ਕੁਛ ਹੈ। ਪਰਮਾਤਮਾ ਨੇ ਜਿੱਥੇ ਸ੍ਰਿਸ਼ਟੀ ਵਿੱਚ ਸੂਰਜ ਬਣਾਇਆ ਵੀ ਇਹ ਸਾਰਾ ਕੁਝ ਜਿਉਂਦਾ ਤਾਂ ਹੀ ਰਹਿ ਸਕਦਾ ਜੇ ਸੂਰਜ ਹੋਵੇਗਾ। ਅਤੇ ਸੂਰਜ ਤੋਂ ਬਿਨਾਂ ਅਸੀਂ ਜਿਉਂਦੇ ਹੀ ਨਹੀਂ ਰਹਿ ਸਕਦੇ, ਖਤਮ ਹੋ ਜਾਵਾਂਗੇ। ਸੂਰਜ ਨਾਲੇ ਤਾਂ ਗਰਮਾਇਸ਼ ਦਿੰਦਾ ਹੈ, ਨਾਲੇ ਚਾਨਣ ਦਿੰਦਾ। ਇੱਕੋ ਹੈ ਨਾ, ਅਤੇ ਪਤਾ ਨਹੀਂ ਕਿੰਨੀ ਕੁ ਵੱਡੀਆਂ ਧਰਤੀਆਂ ਨੇ। ਹਾਂਜੀ, 9 ਗ੍ਰਹਿ ਅਤੇ ਸੂਰਜ ਦੁਆਲੇ ਚੱਕਰ ਲਾਉਂਦੇ ਨੇ ਕਿ ਨਹੀਂ? ਸਾਰਿਆਂ ਥਾਵਾਂ 'ਤੇ ਇੱਕ ਸੂਰਜ ਦਾ ਹੀ ਚਾਨਣ ਹੈ, ਅਤੇ ਇੰਨਾ ਚਾਨਣ ਹੈ ਕਿ ਅਸੀਂ ਬਨੌਟੀ ਚਾਨਣ ਉਹਨਾਂ ਕਰ ਹੀ ਨਹੀਂ ਸਕਦੇ। ਜਿੰਨਾ ਚਾਨਣ ਦਿਨੇ ਹੁੰਦਾ ਹੈ ਨਾ, ਰਾਤ ਨੂੰ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ, ਉਹਨਾਂ ਚਾਨਣ ਨਹੀਂ ਅਸੀਂ ਕਰ ਸਕਦੇ ਜਿੰਨਾ ਸੂਰਜ ਦਾ ਚਾਨਣ ਹੁੰਦਾ ਹੈ। ਇਹ ਸੂਰਜ ਕਾਰਨ, ਕਿਸੇ ਸੂਰਜ ਕਾਰਨ ਸਾਰੀ ਬਨਸਪਤੀ ਹੈ। ਆਕਸੀਜਨ ਜਿਹੜੀ ਹੈ ਬਨਸਪਤੀ ਨੂੰ ਚਾਹੀਦੀ, ਉਹ ਸੂਰਜ ਰਾਹੀਂ ਹੀ ਮਿਲਦੀ ਹੈ, ਉਹਦੇ ਪੱਤਿਆਂ ਰਾਹੀਂ। ਕਿਸੇ ਦਰਖਤ ਦੇ ਤੁਸੀਂ ਸਾਰੇ ਪੱਤੇ ਝਾੜ ਦਿਓ, ਸੁੱਕ ਜਾਏਗਾ ਦਰਖਤ। ਸੂਰਜ ਰਾਹੀਂ, ਪੱਤਿਆਂ ਰਾਹੀਂ ਹੀ ਉਹਨੂੰ ਸਾਰੀ ਖੁਰਾਕ ਮਿਲਣੀ ਹੈਗੀ। ਉਹ ਪੱਤੇ ਹੀ ਨਹੀਂ ਹੈਗੇ ਤਾਂ ਦਰਖਤ ਨਹੀਂ ਹੋਵੇਗਾ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਬਣਾਈ, ਫਿਰ ਬੜਾ ਕੁਛ ਬਣਾਇਆ। ਸੂਰਜ ਬਣਾਏ, ਚੰਨ ਬਣਾਏ, ਤਾਰੇ ਬਣਾਏ, ਇਹਨਾਂ ਬਿਨਾਂ ਨਹੀਂ ਗੁਜ਼ਾਰਾ ਹੋਣਾ ਸੀ। ਪਾਣੀ ਬਣਾਇਆ, ਧਰਤੀ ਬਣਾਈ। ਹਾਂਜੀ, ਸੁੱਕੀ ਧਰਤੀ 'ਤੇ ਰਹਿਣਾ ਸੀ, ਅਤੇ ਪਾਣੀ ਬਿਨਾਂ ਵੀ ਨਹੀਂ ਸੀ ਜਿਉਂ ਹੋਣਾ। ਉਹ ਪਾਣੀ ਦੇ ਨਹਿਰਾਂ ਤਾਂ ਬਣਾ ਸਕਦਾ ਸੀ, ਤਲਾਬ ਵੀ ਬਣਾ ਸਕਦਾ ਸੀ। ਉਹਨੇ ਸਮੁੰਦਰ ਕਿਉਂ ਬਣਾਏ? ਉਹਨੂੰ ਐਡੇ ਵੱਡੇ ਸਮੁੰਦਰ ਬਣਾਏ। ਉਹਨੂੰ ਪਤਾ ਵੀ ਸੂਰਜ ਦੀ ਗਰਮੀ ਪਵੇਗੀ, ਸਮੁੰਦਰ ਦਾ ਪਾਣੀ ਭਾਫ ਬਣੇਗਾ, ਭਾਫ ਬਣ ਕੇ ਫਿਰ ਇਹਦੇ ਬੱਦਲ ਬਣਨਗੇ, ਬੱਦਲ ਫਿਰ ਵਰਖਾ ਕਰਨਗੇ ਸਾਰੇ ਸੰਸਾਰ 'ਚ ਜਾ ਕੇ। ਹਾਂ, ਤਾਂ ਸਮੁੰਦਰ ਬਣਾਇਆ। ਕਦੇ ਕਦੇ ਬੈਠ ਕੇ ਮੁਝੇ ਵਿਚਾਰ ਕਰਦਾ, ਕਿੰਨੀ ਕਿੰਨੀ ਦੇਰ ਮੈਂ ਬਸ ਆਨੰਦ 'ਤੇ ਰਹਿਣਾ। ਮੈਂ ਯਾਰ ਕਿਆ ਬਾਤ ਹੈ, ਰੱਬ ਦੀ ਹੈ, ਕਿਆ ਕੁਛ ਬਣਾਇਆ ਹੈ, ਕਿੰਨੇ ਧਿਆਨ ਨਾਲ ਬਣਾਇਆ ਹੈ। ਆਹ ਸਰੀਰ ਦਾ ਤੁਸੀਂ ਦੇਖੋ, ਕਿਵੇਂ ਪੁਰਜੇ ਸਰੀਰ 'ਚ ਲਾਏ ਨੇ, ਪਤਾ ਹੀ ਨਹੀਂ ਕਿੰਨੇ ਕੁ ਲਾਤੇ ਨੇ। ਕਿਆ ਕਮਾਲ ਹੈ। ਦੇਖੋ, ਜਿੱਥੇ ਨੱਕ ਚਾਹੀਦਾ ਉੱਥੇ ਹੀ ਨੱਕ ਹੈ, ਜਿੱਥੇ ਅੱਖਾਂ ਚਾਹੀਦੀਆਂ ਉੱਥੇ ਹੀ ਅੱਖਾਂ ਨੇ। ਅੱਖਾਂ ਪਿਛਲੇ ਪਾਸੇ ਨਹੀਂ ਲਾਈਆਂ। ਫਿਰ ਧੌਣ ਵੀ ਦੇਖੋ ਵੀ 3 ਪਾਸੇ ਨੂੰ ਮੁੜ ਸਕਦੀ ਹੈ। ਪਿੱਛੇ ਜਾ ਤਾਂ ਸਕਦੀ ਹੈ ਪਿੱਛੇ, ਪਰ ਅਸੀਂ ਜਿੰਨਾ ਇੱਧਰ ਉੱਧਰ ਕਰ ਸਕਦੇ ਉਹਨਾਂ ਪਿੱਛੇ ਨਹੀਂ ਕਰ ਸਕਦੇ, ਕਿਉਂਕਿ ਦੇਖਣ ਦਾ ਅੱਗੇ ਅੱਗੇ ਦੇਖਣਾ। ਇਹ ਐਂ ਦੇਖ ਸਕਦੇ ਹਾਂ, ਇਸ ਤਰ੍ਹਾਂ ਵੇਖ ਸਕਦੇ ਹਾਂ, ਵੱਧ ਤੋਂ ਵੱਧ ਉੱਪਰ ਤੱਕ ਦੇਖ ਸਕਦੇ ਹਾਂ, ਪਿੱਛੇ ਨਹੀਂ ਵੇਖ ਸਕਦੇ। ਕਿੰਨਾ ਕਮਾਲ ਦੀਆਂ ਚੀਜ਼ਾਂ ਪਰਮਾਤਮਾ ਨੇ ਬਣਾਈਆਂ ਹੋਈਆਂ ਹਨ। ਬੰਦਿਆਂ ਦੇ ਦਾੜ੍ਹੀਆਂ ਬਣਾਈਆਂ ਨੇ, ਮੁੱਛਾਂ ਬਣਾਈਆਂ ਨੇ, ਔਰਤ ਦੇ ਨਹੀਂ ਬਣਾਈਆਂ। ਬੰਦੇ ਦੀ ਦਾੜ੍ਹੀ ਨਾ ਆਵੇ ਤਾਂ ਕਹਿੰਦੇ ਤਾਂ ਖੋਦਾ ਰਹਿ ਕੇ ਗੱਲ ਬਣਦੀ ਨਹੀਂ, ਪਰਸਨੈਲਿਟੀ ਨਹੀਂ ਬਣਦੀ। ਭਾਵੇਂ ਉਹ ਦਾੜ੍ਹੀ ਕੱਟਦਾ ਹੀ ਹੋਵੇ ਉਸ ਤਰ੍ਹਾਂ ਨਾਲ, ਪਰ ਜੇ ਦਾੜ੍ਹੀ ਨਾ ਆਵੇ ਉਹ ਨਹੀਂ ਚੰਗਾ ਲੱਗਦਾ। ਅਤੇ
ਤੇ ਔਰਤ ਦੇ ਦਾੜੀ ਆ ਜਾਏ ਤੇ ਉਹ ਭੈੜੀ ਲੱਗਦੀ ਹੈ। ਦੇਖੋ ਪਰਮਾਤਮਾ ਨੇ ਕਿਆ ਸਿਸਟਮ ਬਣਾਇਆ ਹੋਇਆ ਹਨ, ਉਹਦੀ ਰੀਸ ਨਹੀਂ ਹੋ ਸਕਦੀ। ਹੁਣ ਤਾਂ ਸਮਝਣਾ ਹੀ ਔਖਾ ਹੈ, ਹੁਣ ਤਾਂ ਸਮਝਣਾ ਹੀ ਔਖਾ ਜੋ ਉਹਨੇ ਬਣਾਇਆ ਹੋਇਆ ਹੈ। ਤਾਂ ਕਹਿੰਦੇ ਨੇ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਇਹ ਪਰਮਾਤਮਾ ਇਸ ਸ੍ਰਿਸ਼ਟੀ ਜਿੰਨੇ ਵੀ ਸਰੀਰ ਹਨ ਤੂੰ ਪੈਦਾ ਕੀਤੇ ਨੇ ਨਾ, ਆਪ ਆਪਣੀ ਬੂਝ ਉਚਾਰੈ, ਸਾਰੀ ਆਪਣੀ ਆਪਣੀ ਸੋਝੀ ਅਨੁਸਾਰ ਤੇਰਾ ਨਾਮ ਜਪਦੇ ਨੇ। ਬੂਝ ਹੁੰਦੀ ਸੋਝੀ, ਜਿੰਨੀ ਤੂੰ ਕਿਸੇ ਨੂੰ ਸਮਝ ਦਿੱਤੀ ਹੈ, ਜਿਹੜੀ ਸਾਨੂੰ ਸੋਝੀ ਦਿੱਤੀ ਪਰਮਾਤਮਾ ਨੇ ਦਿੱਤੀ ਹੈ, ਕਿਸੇ ਨੂੰ ਵੱਧ ਦਿੱਤੀ ਹੈ, ਕਿਸੇ ਨੂੰ ਦਰਮਿਆਨੀ ਦਿੱਤੀ ਹੈ, ਕਿਸੇ ਨੂੰ ਘੱਟ ਦਿੱਤੀ ਹੈ, ਸੋਝੀ ਨਹੀਂ ਹੈਗੀ। ਕਈ ਬੜੇ ਸਿਆਣੇ ਨੇ, ਕਈ ਮੂਰਖ ਨੇ। ਹਾਂਜੀ, ਸੋ ਸਿਆਣੇ ਬਣਾਉਣ ਵਾਲਾ ਵੀ ਉਹੀ ਹੈ ਅਤੇ ਮੂਰਖ ਬਣਾਉਣ ਵਾਲਾ ਵੀ ਉਹੀ ਹੈ। ਹਾਂਜੀ, ਜੇ ਕੋਈ ਸਿਆਣੇ 'ਤੇ ਹੰਕਾਰ ਨਾ ਕਰੇ ਮੈਂ ਸਿਆਣਾ ਜੀ, ਉਹ ਸਿਆਣਪ ਕਿਸ ਨੇ ਦਿੱਤੀ ਹੈ ਤੈਨੂੰ? ਉਹ ਪਰਮਾਤਮਾ ਨੇ ਦਿੱਤੀ ਹੈ, ਉਹਦੀ ਸਿਆਣਪ ਦਿੱਤੀ ਹੋਈ ਹੈ। ਆਪ ਆਪਣੀ ਬੂਝ ਉਚਾਰ, ਜਿੰਨੇ ਵੀ ਤੁਸੀਂ ਸ੍ਰਿਸ਼ਟੀ ਦੇ ਜੀਵ ਪੈਦਾ ਕੀਤੇ ਹੋਏ ਹਨ, ਸਾਰੇ ਆਪਣੀ ਆਪਣੀ ਸਮਝ ਅਨੁਸਾਰ ਤੇਰਾ ਨਾਮ ਜਪਦੇ ਨੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਨਿਰਾਲਮ ਦਾ ਨਿਰਲੇਪ, ਰਹਿੰਦਾ ਤੂੰ ਸਾਰਿਆਂ ਦੇ ਵਿੱਚ ਹੈ, ਘਟ ਘਟ ਕੇ ਵਾਸੀ ਹੈ ਨਾ, ਘਟ ਘਟ ਵਾਸੀ, ਸਰਬ ਨਿਵਾਸੀ, ਨੇਰੇ ਹੁੰਦੇ ਨੇਰਾ। ਪਰਮਾਤਮਾ ਹਰ ਇੱਕ ਦੇ ਵਿੱਚ ਨਿਵਾਸ ਕਰਦਾ ਹੈ, ਪਰ ਉਹ ਨਿਰਲੇਪ ਰਹਿੰਦਾ ਹੈ, ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਤੁਸੀਂ ਸਾਰਿਆਂ ਤੋਂ ਨਿਰਲੇਪ ਰਹਿੰਦੇ ਹੋ, ਦੂਜਿਆਂ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੈ। ਸਾਡੇ 'ਤੇ ਦੂਸਰੇ ਦਾ ਅਸਰ ਹੁੰਦਾ ਹੈ, ਅਸੀਂ ਤਾਂ ਲਿਪਤ ਹਾਂ, ਦੂਸਰੇ ਦਾ ਅਸਰ ਹੈ ਸਾਡੇ 'ਤੇ, ਪਰਮਾਤਮਾ ਦੇ ਕਿਸੇ ਦਾ ਅਸਰ ਨਹੀਂ ਹੁੰਦਾ, ਇਸ ਲਈ ਨਿਰਲੇਪ ਰਹਿੰਦਾ ਹੈ। ਉਦਾਹਰਨਾਂ ਵੀ ਦਿੱਤੀਆਂ ਹੋਈਆਂ, ਕਿਵੇਂ? ਕਮਲ ਦੇ ਫੁੱਲ ਦੀ ਉਦਾਹਰਨ ਦਿੱਤੀ। ਕਮਲ ਦਾ ਬੂਟਾ ਚਿੱਕੜ 'ਚ ਹੁੰਦਾ ਹੈ, ਪਰ ਫੁੱਲ ਚਿੱਕੜ ਤੋਂ ਬਾਹਰ ਰਹਿੰਦਾ ਹੈ। ਫੁੱਲ ਜਿਹੜਾ ਹੈ ਹਮੇਸ਼ਾ ਚਿੱਕੜ ਤੋਂ ਬਾਹਰ ਰਹਿੰਦਾ ਹੈ। ਬੂਟਾ ਚਿੱਕੜ 'ਚ ਹੈ, ਜੜ ਚਿੱਕੜ ਦੇ ਵਿੱਚ ਹੈ, ਫੁੱਲ ਚਿੱਕੜ ਤੋਂ ਬਾਹਰ। ਭਾਵ ਚਿੱਕੜ ਦੇ ਵਿੱਚ ਰਹਿੰਦਾ ਹੋਇਆ ਵੀ ਚਿੱਕੜ ਤੋਂ ਨਿਰਲੇਪ ਹੈ। ਮੁਰਗਾਬੀ ਦੀ ਉਦਾਹਰਨ ਦਿੰਦੇ, ਪਾਣੀ ਦੇ ਉੱਤੇ ਤੈਰ ਰਹੀ ਹੈ, ਪਰ ਆਪਣੇ ਖੰਭਾਂ ਨੂੰ ਗਿੱਲਿਆ ਨਹੀਂ ਹੋਣ ਦਿੰਦੇ, ਸੁੱਕੇ ਰੱਖਦੀ ਹੈ ਵੀ ਜਦੋਂ ਮਰਜ਼ੀ ਉੱਡ ਜਾਓ। ਮੁਰਗਾਬੀ ਦੀ ਉਦਾਹਰਨ ਦਿੰਦੇ ਨੇ। ਇਸ ਤਰ੍ਹਾਂ ਪਰਮਾਤਮਾ ਸਭ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ। ਜਦੋਂ ਕੋਈ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ, ਉਹ ਵੀ ਨਿਰਲੇਪ ਹੋ ਜਾਂਦਾ। ਆਪਣੇ ਪਰਿਵਾਰ 'ਚ ਰਹਿੰਦਾ ਹੋਇਆ, ਸਾਰੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ, ਉਹ ਫਿਰ ਵੀ ਨਿਰਲੇਪ ਰਹਿੰਦਾ ਹੈ। ਉਹ ਦੁਖੀ ਨਹੀਂ ਹੁੰਦਾ। ਪਰਿਵਾਰ 'ਚ ਕੋਈ ਦੁੱਖ ਆ ਗਿਆ, ਉਹ ਦੁਖੀ ਨਹੀਂ ਹੁੰਦਾ, ਉਹ ਨਿਰਲੇਪ ਹੀ ਰਹਿੰਦਾ ਹੈ। ਅੱਛਾ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਤੁਸੀਂ ਸਾਰਿਆਂ ਤੋਂ ਨਿਰਲੇਪ ਰਹਿੰਦੇ ਹੋ। ਜਾਣਤ ਵੇਦ ਭੇਦ ਅਰ ਆਲਮ, ਹਾਂਜੀ, ਵੇਦ ਭੇਦ, ਵੇਦਾਂ ਦੇ ਜਿਹੜੇ ਜਾਣੂ ਨੇ ਨਾ, ਆਲਮ ਵਿਦਵਾਨਾਂ ਨੂੰ ਕਹਿੰਦੇ ਨੇ। ਜਿਹੜੇ ਵੇਦਾਂ ਦੇ ਜਾਣੂ ਨੇ, ਵੇਦ ਭੇਦ, ਜਿਹੜੇ ਵੇਦਾਂ ਦੇ ਜਾਣੂ ਨੇ ਅਤੇ ਜਿਹੜੇ ਵਿਦਵਾਨ ਹਨ, ਉਹਨਾਂ ਨੂੰ ਪਤਾ ਹੈ ਕਿ ਤੁਸੀਂ ਰਹਿੰਦੇ ਸਾਰਿਆਂ ਦੇ ਵਿੱਚ, ਪਰ ਨਿਰਲੇਪ ਰਹਿੰਦੇ ਹੋ। ਉਹਨਾਂ ਨੂੰ ਪਤਾ ਹੈ, ਆਮ ਲੋਕਾਂ ਨੂੰ ਨਹੀਂ ਪਤਾ ਪਰਮਾਤਮਾ ਨਿਰਲੇਪ ਰਹਿੰਦਾ ਹੈ। ਇਹ ਤਾਂ ਜਿਹੜੇ ਵੇਦਾਂ ਦੇ ਜਾਣੂ ਨੇ ਅਤੇ ਜਾਂ ਜਿਹੜੇ ਵਿਦਵਾਨ ਲੋਕ ਨੇ, ਉਹਨਾਂ ਨੂੰ ਇਸ ਗੱਲ ਦਾ ਭੇਦ ਹੈ, ਉਹਨਾਂ ਨੂੰ ਗਿਆਨ ਹੈ ਕਿ ਪਰਮਾਤਮਾ ਨਿਰਾਲਮ ਹੈ, ਨਿਰਲੇਪ ਹੈ। ਅੱਗੇ 15ਵੀਂ ਪੌੜੀ ਹੈ। ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਪਰਮਾਤਮਾ ਕੇ ਨਿਰੰਕਾਰ, ਨਿਰੰਕਾਰ ਦੋ ਸ਼ਬਦਾਂ ਤੋਂ ਬਣਿਆ। ਨਿਰ ਆਕਾਰ, ਜਿਹਦਾ ਆਕਾਰ ਹੀ ਕੋਈ ਨਹੀਂ। ਆਕਾਰ ਵੀ ਅੱਗੇ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਸੂਖਸ਼ਮ, ਇੱਕ ਸਥੂਲ। ਸਥੂਲ ਆਕਾਰ ਇਹਨਾਂ ਅੱਖਾਂ ਨਾਲ ਦਿਸਦਾ ਹੈ। ਸੂਖਸ਼ਮ ਆਕਾਰ ਜਿਹੜਾ ਹੈ ਅੰਦਰਲੀ ਅੱਖਾਂ ਨਾਲ ਦਿਸਦਾ ਹੈ। ਪਰਮਾਤਮਾ ਨਿਰ ਆਕਾਰ ਹੈ, ਨਾ ਉਹਦਾ ਸੂਖਸ਼ਮ ਸਰੂਪ ਹੈ, ਨਾ ਉਹਦਾ ਸਥੂਲ ਹੈ, ਨਾ ਉਹ ਇਹਨਾਂ ਅੱਖਾਂ ਨਾਲ ਦਿਸਦਾ ਹੈ, ਨਾ ਉਹ ਅੰਦਰਲੀ ਅੱਖਾਂ ਨਾਲ ਦਿਸਦਾ, ਕਿਉਂਕਿ ਉਹਦਾ ਨਿਰ ਆਕਾਰ ਹੀ ਕੋਈ ਨਹੀਂ, ਉਹਦਾ ਤਾਂ ਆਕਾਰ ਹੀ ਕੋਈ ਨਹੀਂ। ਉਹਨੇ ਜੋ ਦਰਸ਼ਨ ਦਿੰਦਾ, ਆਪ ਹੀ ਦਰਸ਼ਨ ਦਿੰਦਾ ਸਾਨੂੰ।
ਅਸੀਂ ਨਹੀਂ ਉਹਦੇ ਦਰਸ਼ਨ ਕਰਦੇ, ਉਹ ਦਰਸ਼ਨ ਦਿੰਦਾ ਹੈ, ਉਹ ਦਰਸ਼ਨ ਦਿੰਦਾ ਹੈ। ਜਦੋਂ ਦਰਸ਼ਨ ਦਿੰਦਾ ਫਿਰ ਉਹਨੂੰ ਆਕਾਰ ਧਾਰਨ ਕਰਨ, ਫਿਰ ਸੂਖਮ ਆਕਾਰ ਧਾਰਨ ਕਰ ਲੈਂਦਾ ਤਾਂ ਜੋ ਉਹਦੇ ਦਰਸ਼ਨ ਹੋ ਸਕਣ। ਨਿਰੰਕਾਰ ਪਰਮਾਤਮਾ ਨਿਰਾਕਾਰ ਹੈ, ਨਿਰਵਿਕਾਰ, ਉਹ 'ਚ ਕੋਈ ਬੁਰਾਈ ਨਹੀਂ ਹੈ। ਵਿਕਾਰ ਬੁਰਾਈ ਨੂੰ ਕਹਿੰਦੇ ਨੇ, ਨਿਰਵਿਕਾਰ ਬੁਰਾਈ ਤੋਂ ਰਹਿਤ ਹੈ। ਉਹ ਨਿਰਾਕਾਰ ਹੈ, ਨਿਰਵਿਕਾਰ ਹੈ, ਬੁਰਾਈ ਤੋਂ ਰਹਿਤ ਹੈ। ਨਿਰਲੰਭ ਹੈ, ਨਿਰਲੰਭ ਹੁੰਦਾ, ਲੰਭ ਦਾ ਆਸਰਾ, ਨਿਰਲੰਭ ਜਿਹੜਾ ਆਸਰੇ ਤੋਂ ਬਿਨਾਂ ਹੈ, ਉਹ ਕਿਸੇ ਦੇ ਆਸਰੇ 'ਤੇ ਨਹੀਂ ਹੈਗਾ, ਉਹ ਕਿਸੇ ਦੇ ਆਸਰੇ 'ਤੇ ਨਹੀਂ। ਜਿਵੇਂ ਧਰਤੀ ਹੈ, ਕਿਸੇ ਆਸਰੇ 'ਤੇ ਨਹੀਂ ਟਿਕੀ ਹੋਈ। ਆਹ ਬਿਲਡਿੰਗ ਤਾਂ ਨੀਹਾਂ 'ਤੇ ਹੈ ਅਤੇ ਅਜੇ ਛੱਤ ਹੈ, ਪਿਲਰਾਂ 'ਤੇ ਖੜ੍ਹੀ ਹੈ। ਹੁਣ ਧਰਤੀ ਜਿਹੜੀ ਹੈ, ਕਿਸੇ ਨੀਂਹ ਧਰਤੀ ਦੀ ਕੋਈ ਨੀਹਾਂ ਨਹੀਂ ਹੈਗੀਆਂ, ਕੋਈ ਜਿਹੜਾ ਉਹਦੀ ਕੋਈ ਛੱਤ ਨਹੀਂ ਹੈਗੀ। ਧਰਤੀ ਜਿਹੜੀ ਹੈ ਪਰਮਾਤਮਾ ਦੇ ਆਸਰੇ ਖੜ੍ਹੀ ਹੈ। ਇਸ ਤਰ੍ਹਾਂ ਪਰਮਾਤਮਾ ਦਾ ਕੋਈ ਆਸਰਾ ਨਹੀਂ ਹੈ, ਉਹ ਆਪਣੇ ਆਪ 'ਚ ਹੈ, ਇਸ ਲਈ ਉਹ ਨਿਰਲੰਭ ਹੈ। ਪਰਮਾਤਮਾ ਆਸਰੇ ਤੋਂ ਰਹਿਤ ਹੈ, ਉਹ ਬੁਰਾਈਆਂ ਤੋਂ ਰਹਿਤ ਹੈ, ਉਹ ਆਕਾਰ ਤੋਂ ਰਹਿਤ ਹੈ। ਆਦਿ ਉਹ ਸਭ ਦਾ ਆਰੰਭ ਹੈ, ਉਹਦੇ ਤੋਂ ਹੀ ਸਾਰੇ ਸ਼ੁਰੂ ਹੋਏ ਨੇ, ਉਸ ਤੋਂ ਪਹਿਲਾਂ ਕੁਛ ਨਹੀਂ ਸੀ। ਉਹ ਸਭ ਦਾ ਆਦਿ ਹੈ। ਅਨੀਲ ਹੁੰਦਾ ਪਵਿੱਤਰ, ਅਨੀਲ ਹੁੰਦਾ ਰੰਗ ਵੀ ਹੁੰਦਾ ਨੀਲ, ਨੀਲ ਮੈਨੇ ਰੰਗ ਜਿਹਦਾ ਕੋਈ ਰੰਗ ਨਹੀਂ। ਅਤੇ ਦੂਜਾ ਅਰਥ ਹੈ ਪਵਿੱਤਰ। ਪਰਮਾਤਮਾ ਆਦਿ ਹੈ ਸਭ ਦਾ ਆਰੰਭ ਹੈ, ਪਵਿੱਤਰ ਹੈ, ਅਨਾਦ, ਉਹਦਾ ਆਪਣਾ ਕੋਈ ਆਦਿ ਨਹੀਂ। ਉਹ ਬਾਕੀਆਂ ਦਾ ਤਾਂ ਆਦਿ ਹੈ, ਸਾਡਾ ਤੋਂ ਆਰੰਭ ਹੈ, ਕਿਉਂਕਿ ਉਹਦੇ ਤੋਂ ਅਸੀਂ ਆਰੰਭ ਹੋਏ ਹਾਂ, ਪਰ ਉਹਦਾ ਆਪਣਾ ਕੋਈ ਆਰੰਭ ਨਹੀਂ, ਉਹ ਅਨਾਦ ਹੈ, ਅਸੰਭ ਹੈ, ਉਹ ਆਪਣੇ ਆਪ ਤੋਂ ਹੈ। ਸਾਨੂੰ ਤਾਂ ਬਣਾਇਆ ਕਿਸੇ ਨੇ, ਪਰਮਾਤਮਾ ਆਪਣੇ ਆਪ ਤੋਂ ਹੈ। ਪਰਮਾਤਮਾ ਕਿਸੇ ਤੋਂ ਪੈਦਾ ਨਹੀਂ ਹੋਇਆ, ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ ਹੈ। ਤਾਂ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਪਰਮਾਤਮਾ ਨੂੰ ਬਣਾਇਆ ਨਹੀਂ ਜਾ ਸਕਦਾ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਉਹ ਤਾਂ ਆਪਣੇ ਆਪ ਤੋਂ ਹੈ। ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬਿਦ। ਭੇਵ ਹੁੰਦਾ ਭੇਦ, ਜਿਸ ਪਰਮਾਤਮਾ ਦਾ ਭੇਦ ਵੇਦ ਨਹੀਂ ਜਾਣ ਸਕੇ, ਮੂਰਖ ਕਹਿੰਦਾ ਮੈਂ ਜਾਣਦਾ। ਮੂਰਖ ਕਹਿੰਦਾ ਮੈਂ ਜਾਣਦਾ ਰੱਬ ਬਾਰੇ। ਉਹ ਭਲਾ ਮਾਨਸਾ ਜਿਹਦਾ ਭੇਦ ਵੇਦ ਨਹੀਂ ਜਾਣ ਸਕੇ, ਤੂੰ ਉਹਦੇ ਬਾਰੇ ਕੀ ਦੱਸ ਸਕਦਾ। ਸੋ ਪਰਮਾਤਮਾ ਦਾ ਕੋਈ ਭੇਦ ਨਹੀਂ ਜਾਣ ਸਕਦਾ। ਅਤੇ ਜਿਹੜਾ ਕਹਿੰਦਾ ਮੈਂ ਪਰਮਾਤਮਾ ਦਾ ਭੇਦ ਜਾਣਦਾ ਹਾਂ, ਉਹਨੂੰ ਫਿਰ ਕਹਿੰਦਾ ਦਸਾਂ ਪਾਤਸ਼ਾਹ ਉਹ ਤਾਂ ਮੂਰਖ ਹੈ। ਕਹਿੰਦੇ ਅੱਗੇ ਕਹਿੰਦੇ 16ਵੀਂ ਪੌੜੀ, ਤਾ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਕਹਿੰਦੇ ਬਹੁਤ ਸਾਰੇ ਲੋਕ ਰੱਬ ਨੂੰ ਪੱਥਰ ਸਮਝ ਕੇ ਪੂਜੀ ਜਾਂਦੇ ਨੇ, ਪੱਥਰ ਸਮਝ ਕੇ ਪੂਜੀ ਜਾਂਦੇ। ਪਿੱਪਲ ਬਣ ਉਹਦੇ ਆਕਾਰ ਹੀ ਕੋਈ ਨਹੀਂ, ਉਹ ਬੇਜਾਣ ਥੋੜ੍ਹਾ ਹੀ ਹੈ, ਉਹ ਤਾਂ ਜਾਣਦਾਰ ਚੀਜ਼ ਹੈ। ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਤਾਕੋ ਕਰ ਪਾਹਨ ਅਨੁਮਾਨਿਤ, ਉਹਨੂੰ ਪਾਹਨ ਪੱਥਰ ਸਮਝ ਕੇ ਅਨੁਮਾਨਿਤ ਹੁੰਦੇ ਪੂਜਦੇ ਹਨ। ਕੁਝ ਲੋਕ ਪਰਮਾਤਮਾ ਨੂੰ ਪੱਥਰ ਸਮਝ ਕੇ ਪੂਜੀ ਜਾਂਦੇ ਹਨ, ਪੱਥਰਾਂ ਨੂੰ ਪੂਜੀ ਜਾਂਦੇ ਨੇ। ਮਹਾ ਮੂੜ ਕਛ ਭੇਦ ਨਾ ਜਾਣਦੇ, ਇਹ ਮੂਰਖ ਨੇ, ਇਹ ਮਹਾ ਮੂਰਖ ਨੇ, ਇਹ ਪਰਮਾਤਮਾ ਦਾ ਭੇਦ ਹੀ ਨਹੀਂ ਜਾਣਦੇ ਵੀ ਪਰਮਾਤਮਾ ਕੌਣ ਹੈ, ਪਰਮਾਤਮਾ ਕੀ ਹੈ, ਉਹਨਾਂ ਨੂੰ ਗਿਆਨ ਹੀ ਨਹੀਂ ਹੈਗਾ। ਮਹਾਦੇਵ ਕੋ ਕਹਿ ਸਦਾ ਸ਼ਿਵ, ਉਹ ਤਾਂ ਸ਼ਿਵ ਜੀ ਨੂੰ ਕਹਿੰਦੇ ਪਰਮਾਤਮਾ ਜੀ ਹੈ। ਸਦਾ ਹੁੰਦਾ ਰਹਿਣ, ਸਦਾ ਸਦੀਵੀ, ਸ਼ਿਵ ਹੁੰਦਾ ਪਰਮਾਤਮਾ। ਮਹਾਦੇਵ ਸ਼ਿਵ ਜੀ ਨੂੰ ਕਹਿੰਦੇ ਨੇ, ਉਹ ਤਾਂ ਸ਼ਿਵ ਜੀ ਨੂੰ ਹੀ ਸਦਾ ਰਹਿਣ ਵਾਲਾ ਪਰਮਾਤਮਾ ਸਮਝ ਕੇ ਪੂਜੀ ਜਾਂਦੇ ਹਨ। ਭਾਵ ਸ਼ਿਵ ਜੀ ਨੂੰ ਪਰਮਾਤਮਾ ਸਮਝ ਕੇ ਪੂਜੀ ਜਾਂਦੇ ਹਨ। ਉਹ ਤਾਂ ਇੱਕ ਦੇਵਤਾ ਹੈ, ਪਰਮਾਤਮਾ ਨਹੀਂ ਹੈ। ਇਹ ਪਰਮਾਤਮਾ ਨੇ 3 ਦੇਵਤੇ ਬਣਾਏ ਨੇ, ਬ੍ਰਹਮਾ, ਸ਼ਿਵ ਜੀ ਅਤੇ ਵਿਸ਼ਨੂੰ ਮਹਾਰਾਜ। ਇਹ ਤਿੰਨੋਂ ਦੇਵਤੇ ਨੇ। ਇਹ ਤਾਂ ਪਰਮਾਤਮਾ ਦੇਹ ਬਣਾਏ ਹੋਏ ਹਨ।
ਇਹ ਪਰਮਾਤਮਾ ਨਹੀਂ ਹੈਗੇ, ਇਹਨਾਂ ਪਰਮਾਤਮਾ ਸਮਝ ਕੇ ਨਹੀਂ ਪੂਜਣਾ ਚਾਹੀਦਾ। ਹਾਂ, ਸ਼ਿਵ ਜੀ ਮਹਾਰਾਜ ਪੂਜਣਾ ਤਾਂ ਸ਼ਿਵ ਜੀ ਮਹਾਰਾਜ ਹੀ ਸਮਝ ਕੇ ਪੂਜਣਾ, ਵਿਸ਼ਨੂੰ ਮਹਾਰਾਜ ਨੂੰ ਪੂਜਣਾ ਰੱਬ ਸਮਝ ਕੇ ਨਹੀਂ ਪੂਜਣਾ, ਵਿਸ਼ਨੂੰ ਮਹਾਰਾਜ ਸਮਝ ਕੇ ਪੂਜਣਾ ਹੈ। ਸਿੱਖ ਧਰਮ ਅਨੁਸਾਰ ਇਹ ਤਿੰਨੋਂ ਦੇਵਤੇ ਨੇ, ਇਹ ਪਰਮਾਤਮਾ ਨਹੀਂ ਹੈਗੇ, ਇਹ ਤਾਂ ਪਰਮਾਤਮਾ ਦੇ ਬਣਾਏ ਹੋਏ ਹਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਅੱਗੇ ਪਤਾ ਕੀ ਪਰਮਾਤਮਾ ਕਹਿੰਦੇ, ਜਿਵ ਤਿਸ ਭਾਵੈ ਤਿਵੇਂ ਚਲਾਵੇ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਉਵੇਂ ਇਹਨਾਂ ਤਿੰਨਾਂ ਨੂੰ ਚਲਾਉਂਦਾ ਉਹ। ਜਿਵ ਹੋਵੇ ਫਰਮਾਨ, ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਉਸ ਤਰ੍ਹਾਂ ਇਹ ਕਰਦੇ ਨੇ, ਇਹਨਾਂ ਦੇ ਆਪਣੇ ਵੱਸ 'ਚ ਨਹੀਂ ਹੈਗਾ। ਇਸ ਲਈ ਸਿੱਖ ਧਰਮ ਦੇ ਵਿੱਚ ਹੈ ਕਿ ਤੁਸੀਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਪੂਜਣਾ, ਤੁਸੀਂ ਸਿੱਧਾ ਹੀ ਪਰਮਾਤਮਾ ਨੂੰ ਪੂਜਣਾ। ਬਸ ਤੁਸੀਂ ਪਰਮਾਤਮਾ ਨੂੰ ਮਿਲਣਾ, ਨਹੀਂ ਤਾਂ ਜਿਹਦੀ ਪੂਜਾ ਕਰੋਗੇ ਵੱਧ ਤੋਂ ਵੱਧ ਤੁਸੀਂ ਉਹਦੇ ਤੱਕ ਜਾ ਸਕਦੇ ਹੋ। ਮੈਂ ਦੇਵੀ ਦੀ ਪੂਜਾ ਕਰਦਾ, ਮੈਂ ਵੱਧ ਤੋਂ ਵੱਧ ਉਸ ਦੇਵੀ ਤੱਕ ਪਹੁੰਚ ਸਕਦਾ। ਮੈਂ ਕਿਸੇ ਦੇਵਤੇ ਦੀ ਪੂਜਾ ਕਰਦਾ, ਵੱਧ ਤੋਂ ਵੱਧ ਮੈਂ ਦੇਵਤੇ ਤੱਕ ਪਹੁੰਚ ਸਕਦਾ ਹਾਂ। ਮੰਨ ਲਓ ਮੈਂ ਸ਼ਿਵ ਜੀ ਮਹਾਰਾਜ ਦੀ ਪੂਜਾ ਕਰਦਾ, ਮੈਂ ਵੱਧ ਤੋਂ ਵੱਧ ਸ਼ਿਵ ਨਗਰੀ 'ਚ ਜਾ ਸਕਦਾ ਹਾਂ। ਜੇ ਮੈਂ ਵਿਸ਼ਨੂੰ ਮਹਾਰਾਜ ਦੀ ਪੂਜਾ ਕਰਦਾ ਤਾਂ ਮੈਂ ਜਿਹੜਾ ਸਵਰਗ ਲੋਕ, ਜਿਹੜਾ ਵਿਸ਼ਨੂੰ ਜਿੱਥੇ ਰਹਿੰਦੇ ਨੇ, ਜਿੱਥੇ ਸਾਰੇ ਜਿਹੜੇ ਨੇ ਦੇਵਤੇ ਰਹਿੰਦੇ ਨੇ, ਕਿਉਂਕਿ ਦੇਵਤਿਆਂ ਦੇ ਮੁਖੀ ਵਿਸ਼ਨੂੰ ਮਹਾਰਾਜ ਨੇ, ਮੈਂ ਦੇਵ ਲੋਕ 'ਚ ਪਹੁੰਚ ਸਕਦਾ। ਦੇਵਤਿਆਂ ਦੀ ਪੂਜਾ ਕਰਕੇ ਬੰਦਾ ਦੇਵ ਲੋਕ 'ਤੇ ਪਹੁੰਚ ਸਕਦਾ, ਪਰ ਸੱਚਖੰਡ ਨਹੀਂ ਪਹੁੰਚ ਸਕਦਾ। ਅਤੇ ਸਾਡਾ ਜੀਵਨ ਦਾ ਉਦੇਸ਼, ਮਨੁੱਖ ਦੇ ਜੀਵਨ ਦਾ ਉਦੇਸ਼ ਹੈ ਸੱਚਖੰਡ ਪਹੁੰਚਣਾ। ਸੱਚਖੰਡ ਵਸੈ ਨਿਰੰਕਾਰ। ਅਸੀਂ ਪਰਮਾਤਮਾ ਤੱਕ ਪਹੁੰਚਣਾ ਹੈ, ਅਤੇ ਪਰਮਾਤਮਾ ਤੱਕ ਤਾਂ ਹੀ ਪਹੁੰਚਾਂਗੇ ਜੇ ਪਰਮਾਤਮਾ ਦੀ ਪੂਜਾ ਕਰਾਂਗੇ। ਨਹੀਂ ਤਾਂ ਜਿਹੋ ਜਿਹੇ ਦੀ ਤੁਸੀਂ ਪੂਜਾ ਕਰੋਗੇ ਵੱਧ ਤੋਂ ਵੱਧ ਤੁਸੀਂ ਉਹਦੇ ਤੱਕ ਹੀ ਜਾ ਸਕਦੇ ਹੋ, ਉਹਦੇ ਵਰਗੇ ਹੀ ਹੋ ਸਕਦੇ ਹੋ। ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹਨ ਤਾਂ ਤੁਸੀਂ ਜਿਸ ਨੂੰ ਤੁਸੀਂ ਪੂਜੀ ਜਾਓਗੇ, ਹੌਲੀ ਹੌਲੀ ਉਹ ਜਿਹੇ ਹੋ ਜਾਵੋਗੇ। ਇਸ ਲਈ ਸਿੱਖ ਨੂੰ ਹੁਕਮ ਹੈ ਤੂੰ ਪੂਜਾ ਹੀ ਅਕਾਲ ਪੁਰਖ ਦੀ ਕਰਨੀ। ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਹੁਕਮ ਹੈ ਦਸਮ ਪਾਤਸ਼ਾਹ ਦਾ। ਦਰਸ਼ਨ ਕਰਨੇ ਅੰਮ੍ਰਿਤਧਾਰੀ ਦੇ ਕਰੋ, ਪਿਆਰ ਕਰਨਾ ਹੈ ਗੁਰਬਾਣੀ ਨੂੰ ਕਰੋ, ਪੂਜਣਾ ਹੈ ਪਰਮਾਤਮਾ ਨੂੰ ਪੂਜੋ। ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਹੁਕਮ ਹੈ ਦਸਮ ਪਾਤਸ਼ਾਹ ਸਾਨੂੰ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂਰਖ ਭੇਦ ਨਾ ਜਾਣਤ ਹੈ। ਉਹਨੂੰ ਪੱਥਰ ਸਮਝ ਕੇ ਕਹਿੰਦੇ ਪੂਜੀ ਜਾਂਦੇ ਨੇ। ਮੂਰਖ ਨੇ, ਇਹ ਪਰਮਾਤਮਾ ਦੇ ਭੇਦ ਨੂੰ ਹੀ ਨਹੀਂ ਜਾਣਦੇ, ਪਰਮਾਤਮਾ ਕੀ ਚੀਜ਼ ਹੈ। ਮਹਾਦੇਵ ਕੋ ਕਹਿ ਸਦਾ ਸ਼ਿਵ, ਇਹ ਤਾਂ ਸ਼ਿਵ ਜੀ ਨੂੰ ਹੀ ਪਰਮਾਤਮਾ ਸਮਝੀ ਬੈਠੇ ਹਨ। ਨਿਰੰਕਾਰ ਕਾ ਚੀਨਤ ਨਹਿ ਭੇਵ, ਪਰਮਾਤਮਾ ਦਾ ਚੀਨਤ ਹੁੰਦਾ ਜਾਣਨਾ, ਭੇਵ ਮੈਨੇ ਭੇਦ। ਇਹ ਪਰਮਾਤਮਾ ਦਾ ਭੇਦ ਹੀ ਨਹੀਂ ਜਾਣਦੇ, ਇਹਨਾਂ ਨੂੰ ਪਤਾ ਹੀ ਨਹੀਂ ਪਰਮਾਤਮਾ ਹੁੰਦਾ ਕੀ ਚੀਜ਼ ਹੈ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਇਹਨੂੰ ਕਿਹ ਪੜ੍ਹਨਾ, ਕੱਕਨ ਸਿਹਾਰੀ ਲੱਗੀ ਹੈ। ਬਹੁਤ ਸਾਰੇ ਪਾਠਣ ਮੈਂ ਸੁਣਿਆ ਪੜ੍ਹਦੇ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਇਹ ਤਾਂ ਮੈਂ ਪੰਜਾਬੀ ਹੀ ਨਹੀਂ ਆਉਂਦੀ। ਬੜਾ ਉਹਦਾ ਅਫਸੋਸ ਹੁੰਦਾ ਵੀ ਦੇਖੋ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਹੀ ਨਹੀਂ ਪੜ੍ਹਨੀ ਆਉਂਦੀ। ਇਹਨਾਂ ਨੂੰ ਕਹੋ ਜੀ ਈੜੀ ਨੂੰ ਸਿਆਰੀ ਹਾਹਾ, ਸਾਰੇ ਕਹਿੰਦੇ ਨੇ ਇਹ। ਈੜੀ ਨੂੰ ਸਿਆਰੀ ਹਾਹਾ ਕਹਿਣਗੇ ਇਹ। ਹੁਣ ਕੱਕੇ ਨੂੰ ਸਿਆਰਾ, ਕੱਕੇ ਨੂੰ ਸਿਆਰੀ ਹਾ ਕਹਿੰਦੇ ਕਹਿ। ਕਿਉਂ ਬਈ? ਈੜੀ ਨੂੰ ਸਿਆਰੀ ਹਾਹਾ ਇਹ, ਅਤੇ ਕੱਕੇ ਨੂੰ ਸਿਆਰੀ ਹਾਹਾ ਕੇ, ਤੱਤੇ ਨੂੰ ਸਿਆਰੀ ਹਾਹਾ ਤੇ ਜੱਜੇ ਨੂੰ ਸਿਆਰੀ ਹਾਹਾ ਜੇ। ਆਹ ਚਾਰ ਹੀ ਅੱਖਰ ਨੇ ਕੁੱਲ ਗੁਰਬਾਣੀ ਚਾਹੁੰਦੇ। ਚਾਰਾਂ 'ਚ ਇੱਕ ਪੜ੍ਹਨਾ ਸ਼ੁੱਧ ਆਉਂਦਾ ਇਹ, ਬਾਕੀ 99% ਜੇ ਕੇ ਤੇ ਨੂੰ ਜੈ ਕਹਿ ਤੈ ਕਹਿਣਗੇ। ਉੱਥੇ ਹੈਗਾ ਮਹਿਰਾਮਤ ਸਾਈਂ, ਮਹਿਰਾਮਤ। ਹੁਣ ਕਹਿੰਦੇ ਮਹਿਰਾਮਤ ਵੀ ਦੱਸ ਭਲੇ ਮਾਨਸੋ, ਮੰਮੇ ਨੂੰ ਸਿਹਾਰੀ ਲੱਗੀ ਹੋਈ ਹੈ, ਉਹ ਦਿਲਾਵਾਂ ਕਿਵੇਂ ਹੋ ਗਈ? ਇਹ ਤਾਂ ਮੈਂ ਪੰਜਾਬੀ ਹੀ ਨਹੀਂ ਆਉਂਦੀ। ਪੰਜਾਬ ਦੇ ਲੋਕਾਂ ਨੂੰ ਪੰਜਾਬੀ ਹੀ ਨਹੀਂ ਪੜ੍ਹਨੀ ਆਉਂਦੀ।
ਫਿਰ ਹੋਰ ਕਿਹਨੂੰ ਆਵੇਗੀ? ਜਿਵੇਂ ਅੰਗਰੇਜ਼ਾਂ ਨੂੰ ਅੰਗਰੇਜ਼ੀ ਨਾ ਆਵੇ ਤਾਂ ਫਿਰ ਹੋਰ ਅੰਗਰੇਜ਼ੀ ਦੱਸੋ ਕਿਹਨੂੰ ਆਵੇਗੀ ਜੀ? ਹੋਰ ਕਿਹਨੂੰ ਆਵੇਗੀ? ਹੋਰ ਫਿਰ ਅਸੀਂ ਜਾ ਕੇ ਉਹਨਾਂ ਨੂੰ ਪੜ੍ਹਾਈ ਅੰਗਰੇਜ਼ੀ। ਆਪਣੇ ਰਾਧਾ ਕ੍ਰਿਸ਼ਨ ਹੋਏ ਨੇ ਰਾਸ਼ਟਰਪਤੀ, ਇੰਡੀਆ ਦੇ ਰਾਸ਼ਟਰਪਤੀ। ਉਹ ਤੋਂ ਪਹਿਲਾਂ ਰਾਜਿੰਦਰ ਪ੍ਰਸਾਦ ਜੀ ਸਨ, ਫਿਰ ਰਾਧਾ ਕ੍ਰਿਸ਼ਨ ਹੋਏ। ਸੰਸਾਰ ਦੇ 6 ਫਿਲਾਸਫਰਾਂ ਦੇ ਵਿੱਚੋਂ ਉਹ ਇੱਕ ਸਨ, ਰਾਧਾ ਕ੍ਰਿਸ਼ਨ ਜੀ। ਹਾਂ, ਉਹ ਅੰਗਰੇਜ਼ਾਂ ਨੂੰ ਪੜ੍ਹਾਉਂਦੇ ਸਨ। ਹਾਰਵਰਡ ਯੂਨੀਵਰਸਿਟੀ ਇੰਗਲੈਂਡ ਦੀ, ਉਹ ਅੰਗਰੇਜ਼ਾਂ ਨੂੰ ਪੜ੍ਹਾਇਆ ਕਰਦੇ ਸਨ। ਇੰਨਾ ਬੰਦਾ ਇੰਟੈਲੀਜੈਂਟ ਸੀ। ਅਤੇ ਜਦ ਦੇਸ਼ ਆਜ਼ਾਦ ਹੋਇਆ ਫਿਰ ਭਾਰਤ ਦੇ ਉਹ ਰਾਸ਼ਟਰਪਤੀ ਬਣੇ। ਐਡੇ ਵੱਡੇ ਇੰਟੈਲੀਜੈਂਟ ਬੰਦੇ ਜਦੋਂ ਉੱਚੀਆਂ ਪੋਸਟਾਂ 'ਤੇ ਬੈਠਣਗੇ ਤਾਂ ਹੀ ਜਾ ਕੇ ਕੋਈ ਗੱਲ ਬਣੇਗੀ। ਮਨਮੋਹਨ ਸਿੰਘ ਵਰਗੇ ਕਿੰਨੇ ਕੁਆਲੀਫਾਈਡ ਬੰਦੇ ਨੇ। ਹਾਂਜੀ, ਰਿਜ਼ਰਵ ਬੈਂਕ ਦੇ ਗਵਰਨਰ ਰਹੇ। ਹਾਂਜੀ, ਬੜੇ ਕੁਆਲੀਫਾਈਡ ਬੰਦੇ, ਯੋਗ ਬੰਦੇ ਜਦੋਂ ਫਿਰ ਆਉਂਦੇ ਨੇ ਤਾਂ ਰਾਜਨੀਤੀ, ਫਿਰ ਜਾ ਕੇ ਕੋਈ ਗੱਲ ਬਣਦੀ। ਇਹ ਤਾਂ ਜਿਹੜੇ ਨਖਿੱਧ ਲੋਕ ਨੇ ਉਹ ਚੱਲਣ ਹੀ ਨਹੀਂ ਦਿੰਦੇ। ਕਰੇ ਕੀ ਬੰਦਾ? ਉਹ ਜੋ ਹੇਠਲੇ ਨਖਿੱਧ ਨੇ ਉਹ ਫਿਰ ਚੱਲਣ ਨਹੀਂ ਦਿੰਦੇ ਸ਼ਰੀਫ ਆਦਮੀ ਦੀ। ਹਾਂਜੀ, ਸ਼ਰੀਫ ਬੰਦੇ ਲਈ ਵੀ ਔਖਾ ਹੀ ਕੰਮ। ਆਪ ਆਪਣੀ ਬੁੱਧ ਹੈ ਜੇਤੀ, ਜਿਹੋ ਜਿਹੀ ਕਿਸੇ ਪਰਮਾਤਮਾ ਨੇ ਜਿਹਨੂੰ ਜਿਹੋ ਜਿਹੀ ਮੱਤ ਦਿੱਤੀ ਹੈ ਨਾ, ਵਰਨਤ ਭਿੰਨ ਭਿੰਨ ਤੁਹ ਤੇਤੀ। ਹੇ ਪਰਮਾਤਮਾ, ਤੈਨੂੰ ਅੱਡ ਅੱਡ ਵਰਣਨ ਕਰਦੇ। ਕਿਉਂ? ਜਿੰਨੀ ਕੁ ਮੱਤ ਹੈ ਉਹਦੇ ਅਨੁਸਾਰ ਹੀ ਉਸਨੇ ਗੱਲ ਕਰਨੀ ਹੁੰਦੀ ਹੈ। ਤੁਮਰਾ ਲਖਾ ਨਾ ਜਾਏ ਪਸਾਰਾ, ਲਖਾਂ ਦਾ ਸਮਝਿਆ ਜਾਣਾ। ਤੇਰਾ ਜਿਹੜਾ ਪਸਾਰਾ ਹੈ ਇਹਨੂੰ ਕੋਈ ਨਹੀਂ ਜਾਣ ਸਕਦਾ। ਪਤਾ ਹੀ ਨਹੀਂ ਕਿੱਥੋਂ ਤੱਕ ਤੇਰਾ ਪਸਾਰਾ ਹੈ। ਤੂੰ ਆਪ ਹੀ ਬੇਅੰਤ ਹੈ, ਇਸੇ ਤੇਰਾ ਪਸਾਰਾ ਵੀ ਬੇਅੰਤ ਹੈ। ਕੋਈ ਲਖਾ ਨਾ ਕੋਈ ਜਾਣ ਹੀ ਨਹੀਂ ਸਕਦਾ। ਤੇਰੇ ਪਸਾਰੇ ਨੂੰ ਕੋਈ ਜਾਣ ਹੀ ਨਹੀਂ ਸਕਦਾ। ਕਿ ਬਿਦ ਸਜਾ ਪ੍ਰਥਮ ਸੰਸਾਰ, ਕਿਹ ਬਿਦ ਕਿਸ ਤਰੀਕੇ ਨਾਲ? ਸਭ ਤੋਂ ਪਹਿਲਾਂ ਸੰਸਾਰ ਕਿਸ ਤਰੀਕੇ ਨਾਲ ਸਜਾਇਆ ਗਿਆ, ਕਿਸ ਤਰੀਕੇ ਨਾਲ ਬਣਿਆ? ਕਹਿੰਦੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਇਹ ਕੋਈ ਜਾਣ ਹੀ ਨਹੀਂ ਸਕਦਾ ਕਿ ਪਰਮਾਤਮਾ ਨੇ ਜੋ ਸੰਸਾਰ ਬਣਾਇਆ ਕਿਸ ਤਰੀਕੇ ਨਾਲ ਬਣਾਇਆ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।